ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੋਤ ਬੰਦਨ ਅਨਕ ਬਾਰ, ਸਰਵ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮੰ ਪਰਮ ਪਰਾਵਰਨਾਥ, ਜੁਗਲ ਚਰਨ ਮਮ ਬੰਦਨਾ। ਧਾਰ ਕਰ ਧਰ ਪਰਮਾਥ, ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਣਾ ਤੇ ਵਡ ਅਗੀ, ਪਾਵਹਿ ਗਤ ਵਿਸ਼ਰਾਮ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੰਘਿਰ ਮਾਹੇ ਸੁਹੰਦੀਆਂ, ਹਰ ਫਿਰ ਸੰਗ ਬੈਠੜਿਆ। ਤਿਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮਿਲੜਿਆ। ਮੰਘਿਰ ਮਾਹੇ ਸੁਹੰਦੀਆਂ, ਹਰ ਫਿਰ ਸੰਗ ਬੈਠੜਿਆ। ਤਿਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮਿਲੜਿਆ। ਤਨ ਮਨ ਮਉਲਿਆ ਰਾਮ ਸਿਉ, ਸੰਗ ਸਾਧ ਸਹੇਲੜਿਆ। ਸਾਧ ਜਨਾਂ ਤੇ ਬਾਹਰੀ, ਸੇ ਰਹਿਨ ਅਕੇਲੜਿਆ। ਤਿਨ ਦੁਖ ਨ ਕਬਹੂ ਉਤਰੈ, ਸੇ ਜਮ ਕੇ ਵਸ ਪੜਿਆ। ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਣ ਨਿਤ ਖੜਿਆ। ਰਤਨ ਜਵੇਹਰ ਲਾਲ ਹਾਰ, ਕੰਠ ਤਿਨਾ ਜੜਿਆ। ਨਾਨਕ ਬਾਂਝੈ ਧੂੜ ਤਿਨ, ਪ੍ਰਭ ਸਰਣੀ ਦਰ ਪੜਿਆ। ਮੰਘਿਰ ਪ੍ਰਭ ਆਰਾਧਨਾ, ਬਹੁੜ ਨ ਜਨਮੜਿਆ। ਨਾਨਕ ਬਾਂਝੈ ਧੂੜ ਤਿਨ, ਪ੍ਰਭ ਸਰਣੀ ਦਰ ਪੜਿਆ। ਮੰਘਿਰ ਪ੍ਰਭ ਆਰਾਧਨਾ, ਬਹੁੜ ਨ ਜਨਮੜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੀ ਅਪਰੰਪਾਰ ਮਿਹਰ ਕਿਰਪਾਲਤਾ ਦਾ ਸਦਕਾ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ 'ਚ ਦਰਸ਼ਨੀ ਭੇਟ ਅਰਪਣ ਕਰਕੇ ਨਮਸਕਾਰ ਕਰ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਚਰਨਾਂ ਵਿੱਚ ਸੱਜ ਕੇ ਚੱਲ ਰਹੀ ਇਸ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਪ੍ਰਕਾਸ਼ ਦੀ ਸੇਵਾ, ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰ ਜਸ, ਔਰ ਅੱਜ ਜੋ ਮਹੀਨਾ ਆਰੰਭ ਹੋਇਆ ਹੈ ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਵਤਾਰ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਦੀ ਮਹਾਨ ਕਿਰਪਾ ਦਾ ਸਦਕਾ ਜਿਨ੍ਹਾਂ ਪ੍ਰੇਮੀਆਂ ਦੇ ਭਾਗ ਜਾਗੇ ਹਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦਮ ਸਦਕਾ ਜਿਨ੍ਹਾਂ ਨੂੰ ਕੋਈ ਬੀਜੇ ਵਗੈਰਾ ਮਿਲੇ ਹਨ, ਸ਼੍ਰੀ ਨਨਕਾਣਾ ਸਾਹਿਬ ਜੀ ਦੀ ਪਾਵਨ ਧਰਤੀ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਸਥਾਨ ਹੈ ਤੇ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ, ਸੇਵਾ ਵਾਸਤੇ ਪਹੁੰਚ ਰਹੀਆਂ ਹਨ। ਇਹ ਦੇਸ਼ ਦੇ ਬਟਵਾਰੇ ਨਾਲ ਜੋ ਇਹ ਬਹੁਤ ਵੱਡਾ ਸਿੱਖ ਪੰਥ ਦਾ ਸਥਾਨ ਔਰ ਮੁੱਢਲਾ ਜਿੱਥੇ ਮਹਾਰਾਜ ਨੇ ਅਵਤਾਰ ਧਾਰਿਆ, ਬਾਲ ਲੀਲਾ ਦੇ ਚੋਜ ਕੀਤੇ, ਉਸ ਅਰਦਾਸ ਵਿੱਚ ਰੋਜ਼ਾਨਾ ਬੇਨਤੀ ਕੀਤੀ ਜਾਂਦੀ ਹੈ ਜਿਨ੍ਹਾਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ, ਖਾਲਸਾ ਪੰਥ ਨੂੰ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਬਖਸ਼ਿਸ਼ ਕੀਤਾ ਜਾਏ। ਉੱਥੇ ਰਹਿਣ ਵਾਲੇ ਗੁਰਸਿੱਖ ਸਿੰਧੀ ਲੋਕ, ਦੂਸਰੇ ਦੇਸਾਂ ਵਿੱਚ ਆਉਣ ਵਾਲੀਆਂ ਸੰਗਤਾਂ, ਇੱਧਰੋਂ ਜਾਣ ਵਾਲੇ ਬਹੁਤ ਸ਼ਰਧਾ ਭਗਤੀ ਦੇ ਨਾਲ ਮਹਾਰਾਜ ਦਾ ਗੁਰਪੁਰਬ ਸ਼੍ਰੀ ਨਨਕਾਣਾ ਸਾਹਿਬ, ਪਹਿਲਾਂ ਇਸ ਨਗਰ ਦਾ ਨਾਂ ਰਾਏ ਭੋਏ ਦੀ ਤਲਵੰਡੀ ਸੀ। ਪੱਟੀ ਗੋਤ ਦਾ ਜੋ ਰਾਜਪੂਤ ਰਾਜਾ ਰਾਏ ਭੋਏ ਹੁਣ ਇਹ ਵਸਾਇਆ। ਮੌਜੂਦਾ ਸਮੇਂ ਇਸ ਇਲਾਕੇ ਦਾ ਜੋ ਮੁਖੀ ਸ਼੍ਰੀ ਰਾਏ ਬਲਾਰ ਜੀ ਸੀਗੇ, ਜੋ ਗੁਰੂ ਨਾਨਕ ਸਾਹਿਬ ਜੀ ਦੇ ਬੜੇ ਸਾਧਕ ਔਰ ਬੜੇ ਪਿਆਰੇ ਮੁੱਢਲੇ ਪ੍ਰੇਮੀ, ਉਹਨਾਂ ਦੇ ਪਾਸ ਸਤਿਗੁਰਾਂ ਦੇ ਸਤਿਕਾਰਯੋਗ ਪੂਜਨੀਕ ਪਿਤਾ ਮਹਿਤਾ ਕਲਿਆਣ ਚੰਦਰ ਜੀ ਮਾਲ ਮਹਿਕਮੇ ਵਿੱਚ ਪਟਵਾਰ ਦੀ ਸੇਵਾ ਨਿਭਾ ਰਹੇ ਸੀ। ਗੁਰੂ ਸਾਹਿਬ ਦੇ
ਅਵਤਾਰ ਧਾਰਨ ਦੇ ਨਾਲ ਸ਼੍ਰੀ ਰਾਏ ਬੁਲਾਰ ਜੀ ਨੇ ਉਸ ਨਗਰ ਦਾ ਨਾਮ ਨਾਨਕ ਆਣਾ। ਇਹ ਨਾਨਕ ਆਏ ਸਿੱਧਾ ਪੈ ਗਿਆ ਸ਼੍ਰੀ ਨਨਕਾਣਾ ਸਾਹਿਬ। ਸੋ ਇਸ ਵਾਸਤੇ ਗੁਰੂ ਮਹਾਰਾਜ ਦੇ ਨਾਂ ਨਾਲ ਉਹਦਾ ਨਾਮ ਬਦਲਿਆ। ਪਹਿਲਾਂ ਤਾਂ ਰਾਏ ਭੋਏ ਦੀ ਤਲਵੰਡੀ ਸੀ ਨਾ, ਰਾਏ ਬੁਲਾਰ ਜੀ ਸ਼ਰਧਾਲੂ ਸੀ। ਇਹ ਕੰਮ ਸ਼ਰਧਾਵਾਨ ਨਹੀਂ ਕਰ ਸਕਦਾ, ਆਪਣੇ ਪੇ ਦਾਦੇ ਦਾ ਨਾਂ ਕੋਈ ਬਦਲਣਾ ਨਹੀਂ ਚਾਹੁੰਦਾ। ਪਰ ਉਹਦੀ ਦੇਖੋ ਸ਼ਰਧਾ ਗੁਰੂ ਸਾਹਿਬ ਦੇ ਨਾਂ 'ਤੇ ਨਗਰ ਦਾ ਨਾਂ ਰੱਖਿਆ। ਸੋ ਹੁਣ ਸਾਡੇ ਪੰਜਾਬ ਦੇ ਅੰਦਰ ਇਹ ਸੁਲਤਾਨਪੁਰ ਲੋਧੀ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ, ਹਟ ਸਾਹਿਬ, ਬੇਰ ਸਾਹਿਬ, ਸੰਤ ਘਾਟ, ਅੰਤਰਜਾਮਤਾ, ਕੋਹੜੀ ਸਾਹਿਬ, ਇਹ ਮਹਾਰਾਜ ਦੀ ਚਰਨ ਛੋਹ ਨਾਲ ਪਵਿੱਤਰ ਹੋਏ ਸਥਾਨ ਹਨ। ਮੁੱਖ ਪ੍ਰਬੰਧ ਸਾਰਾ ਸ਼੍ਰੀ ਬੇਰ ਸਾਹਿਬ ਚੱਲ ਰਿਹਾ। ਇਸ ਵਾਸਤੇ ਹੁਣ ਸਾਰੀਆਂ ਸੰਗਤਾਂ ਉਤਸ਼ਾਹ ਤੇ ਬਹੁਤ ਹੁੰਦਾ। ਸ਼੍ਰੀ ਨਨਕਾਣਾ ਸਾਹਿਬ ਜਾਈਏ, ਦਰਸ਼ਨ ਕਰੀਏ। ਹੋਰ ਅਸਥਾਨਾਂ ਸਾਰਿਆਂ ਦੇ, ਪੰਜਾ ਸਾਹਿਬ, ਡੇਰਾ ਸਾਹਿਬ, ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਅਵਤਾਰ ਸਥਾਨ, ਬੇਅੰਤ ਸਥਾਨ ਹਨ। ਪਰ ਉਹ ਰਾਜ ਸੱਤਾ ਬਦਲਣ ਕਰਕੇ ਜਿੰਨਿਆਂ ਨੂੰ ਵੀਜ਼ੇ ਮਿਲਦੇ ਉਹ ਹੀ ਜਾ ਸਕਦੇ ਹੈ। ਹੁਣ ਆਪਣੇ ਪਾਸ ਸ਼੍ਰੀ ਬੇਰ ਸਾਹਿਬ, ਇੱਥੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਥਾ ਸਿੱਖ ਪੰਥ ਦੀਆਂ ਸਾਰੀਆਂ ਜਥੇਬੰਦੀਆਂ, ਦੇਸ਼ ਪ੍ਰਦੇਸ਼ ਦੀਆਂ, ਨਗਰ ਇਲਾਕੇ ਦੀਆਂ ਸਮੂਹ ਸੰਗਤਾਂ ਬੜੇ ਪਿਆਰ ਦੇ ਨਾਲ ਸ਼੍ਰੀ ਗੁਰੂ ਜੀ ਦਾ ਇਹ ਪਵਿੱਤਰ ਅਵਤਾਰ ਪੁਰਬ ਬਹੁਤ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਇਹ ਗੁਰਪੁਰਬ ਇਤਨਾ ਹਰਮਨ ਪਿਆਰਾ ਹੈ ਕਿ ਸਾਰੀ ਵਰਲਡ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਹੈ ਮਨਾਇਆ ਜਾਂਦਾ ਹੈ। ਸੋ ਇਸ ਵਾਸਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪ੍ਰਬੰਧਕ ਆਪਣੇ ਤੌਰ 'ਤੇ, ਸੰਗਤਾਂ ਆਪਣੇ ਤੌਰ 'ਤੇ ਸੇਵਾ ਕਰਾ ਰਹੀਆਂ ਹਨ। ਅਤੇ ਅੱਜ ਸੰਗਰਾਂਦ ਦਾ ਪੁਰਬ ਹੈ। ਕੱਲ੍ਹ 17 ਤਰੀਕ ਜਿਸ ਤਰ੍ਹਾਂ ਪ੍ਰਬੰਧਕਾਂ ਨੇ, ਗ੍ਰੰਥੀ ਸਿੰਘਾਂ ਨੇ, ਸੇਵਾਦਾਰਾਂ ਨੇ ਹਰ ਸਾਲ ਦੀ ਤਰ੍ਹਾਂ ਗੁਰੂ ਮਹਾਰਾਜ ਦੇ ਪਾਵਨ ਅਸਥਾਨ 'ਤੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਹਨ ਔਰ 18 ਨੂੰ ਫਿਰ ਨਗਰ ਕੀਰਤਨ ਦਾ, ਅਤੇ 19 ਰਾਤ ਨੂੰ ਫਿਰ ਜਿਵੇਂ 1:40 'ਤੇ ਰੱਖੇ ਪਾਠਾਂ ਦੇ ਭੋਗ ਆਰੰਭ ਹੁੰਦੇ ਹਨ। ਉਹ ਵੀ ਜਿਹੜਾ ਦ੍ਰਿਸ਼ ਹੈ ਬੜਾ ਅਲੌਕਿਕ ਹੁੰਦਾ ਹੈ। ਉਸ ਵੇਲੇ ਬੜੀ ਸ਼ਰਧਾ ਭਗਤੀ ਹੁੰਦੀ ਹੈ। ਬਾਕੀ ਸਭੀ ਸਮਾਗਮਾਂ ਵਿੱਚ ਕਵੀ ਦਰਬਾਰ, ਢਾਡੀ ਦਰਬਾਰ ਔਰ ਇੱਥੋਂ ਦੇ ਸੇਵਾਦਾਰ, ਰਾਗੀ ਜਥੇ, ਪ੍ਰਚਾਰਕ ਬਾਹਰੋਂ ਵੀ ਆ ਕੇ ਸੰਗਤਾਂ ਆਪੋ ਆਪਣੀ ਸ਼ਰਧਾ ਦੇ ਨਾਲ ਸੇਵਾ ਨਿਭਾਉਂਦੀਆਂ। ਜੋੜਿਆਂ ਵਾਲੇ ਹੈ, ਬਾਕੀ ਕਾਰਾਂ ਸਕੂਟਰਾਂ ਦੀ ਸੰਭਾਲ ਵਾਲੇ, ਔਰ ਇਸੇ ਤਰ੍ਹਾਂ ਲੰਗਰਾਂ ਦੀ ਸੇਵਾ ਕਰਨ ਵਾਲੇ ਸੇਵਾਦਾਰ,
ਬਾਕੀ ਨਗਰ ਕੀਰਤਨ ਦੇ ਵਿੱਚ ਸਕੂਲਾਂ ਕਾਲਜਾਂ ਦੇ ਟੀਚਰ ਵਿਦਿਆਰਥੀ ਵਗੈਰਾ ਅਤੇ ਸਮੁੱਚੀਆਂ ਸੰਗਤਾਂ, ਵੱਡੇ ਛੋਟੇ ਸਾਰੇ ਹੀ ਸੇਵਾਦਾਰ ਬੜੀ ਸ਼ਰਧਾ ਦੇ ਨਾਲ ਇਹ ਗੁਰਪੁਰਬ ਜਿਹੜਾ ਮਨਾਉਂਦੇ ਹਨ। ਇਹਦੇ 'ਚ ਮਿਊਨਸਪੈਲਿਟੀ ਵਾਲਿਆਂ ਦੀ ਵੀ ਜ਼ਿੰਮੇਵਾਰੀ ਹੈ, ਸ਼ਹਿਰ ਦੀ ਸਾਫ ਸਫਾਈ, ਸੜਕਾਂ ਦੀ ਕਰਨੀ। ਸਾਰੇ ਹੀ ਖਾਸ ਕਰਕੇ ਜਿਹੜਾ ਨਗਰ ਕੀਰਤਨ ਦੇ ਰੂਟ ਦਾ ਜਿਸ ਪਾਸੇ ਉਹ ਰਸਤੇ ਨਿਯੁਕਤ ਕੀਤੇ ਹੈ, ਉਹਨਾਂ ਦੀ ਸਾਫ ਸਫਾਈ। ਸੰਗਤਾਂ ਵੀ ਆਪੋ ਆਪਣੇ ਜਿੱਥੋਂ ਜਿੱਥੋਂ ਲੰਘਣਾ ਉਹ ਵੀ ਆਪਣੇ ਫਰਜ਼ ਨਾਲ ਸਫਾਈ ਕਰਨ। ਔਰ ਇਸੇ ਤਰ੍ਹਾਂ ਪ੍ਰਸ਼ਾਸਨ ਵਾਲੇ ਹੈ, ਉਹਨਾਂ ਦੀ ਵੀ ਇਹ ਸੇਵਾ ਹੈਗੀ ਹੈ ਕਿ ਕੋਈ ਵੀ ਐਸਾ ਮਨੁੱਖ ਵਿਅਕਤੀ ਕੋਈ ਸ਼ਰਾਰਤ ਵਾਲਾ ਪ੍ਰੋਗਰਾਮ ਨਾ ਕਰੇ ਅਤੇ ਸੁਖ ਸਬੀਲੀ ਦੇ ਨਾਲ ਸਾਰਾ ਇਹ ਸਮਾਗਮ। ਔਰ ਜਿਸ ਤਰ੍ਹਾਂ ਫਿਰ ਪਾਲਕੀ ਸਾਹਿਬ ਇੱਥੋਂ ਲਿਜਾ ਕੇ ਸੰਤ ਘਾਟ ਪੰਜਾਂ ਪਿਆਰਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹ ਅਗਵਾਈ ਵਿੱਚ ਅਰਦਾਸ ਬੇਨਤੀ ਕਰਕੇ ਵਿਧੀ ਪੂਰਵਕ ਫਿਰ ਜਿਵੇਂ ਨਗਰ ਕੀਰਤਨ ਆਰੰਭ ਕੀਤੇ ਜਾਂਦੇ ਹਨ। ਇਹ ਸਾਰਾ ਹੀ ਬੜਾ ਅਲੌਕਿਕ ਦ੍ਰਿਸ਼ ਹੁੰਦਾ ਹੈ। ਔਰ ਬੇਰ ਸਾਹਿਬ ਵੀ ਬੜੀ ਸਜ ਧਜ ਜਿਹੜੀ ਹੈ ਕੀਤੀ ਜਾ ਰਹੀ ਹੈ। ਰੰਗ ਰੋਗਨ ਦੀ ਸੇਵਾ ਵੀ ਤਕਰੀਬਨ ਪੂਰੀ ਹੋਏ ਗਈ ਹੈ। ਔਰ ਜਿਹੜੇ ਸੰਗਤਾਂ ਨੇ ਨਗਰ ਕੀਰਤਨ ਸ਼ਾਮਿਲ ਹੋਣਾ, ਉਹਨਾਂ ਵਾਸਤੇ ਵੀ ਸਾਰੇ ਆਪ ਸਿਆਣੇ ਹੀ ਹੈ, ਕੋਈ ਨਸ਼ਾ ਨੁਸ਼ਾ ਵਰਤ ਕੇ ਨਹੀਂ ਆਉਣਾ। ਬਾਕੀ ਕਿਸੇ ਦਾ ਬੈਗ ਜਾਂ ਮੋਬਾਈਲ ਦੀ ਚੋਰੀ ਕਰਨੀ ਐਸਾ ਨਹੀਂ ਚਾਹੀਦਾ। ਨਿਯਮ ਪੂਰਵਕ ਔਰ ਜਿਹੜੀ ਸੇਵਾ ਉਹ ਪ੍ਰਬੰਧਕਾਂ ਦੇ ਨਾਲ ਸੰਪਰਕ ਕਰਕੇ ਪ੍ਰਬੰਧਕਾਂ ਨੂੰ ਸਹਿਯੋਗ ਦੇ ਕੇ ਅਨੁਸ਼ਾਸਨ ਵਿੱਚ ਰਹਿ ਕੇ ਸਾਰੀਆਂ ਸੇਵਾਵਾਂ ਕਰਨੀਆਂ, ਕਿਉਂਕਿ ਪ੍ਰਬੰਧਕਾਂ ਦਾ ਤਾਂ ਫਰਜ਼ ਹੈ ਹੀ, ਸੰਗਤ ਦਾ ਵੀ ਉਨਾ ਹੀ ਫਰਜ਼ ਹੈ। ਇਹ ਸਮਾਗਮ ਸਾਰਿਆਂ ਦਾ ਸਾਂਝਾ ਹੀ ਆ, ਤੁਹਾਡਾ ਆਪਣਾ ਹੀ ਹੈ, ਆਪ ਸਿਆਣੇ ਹੀ ਹੈ। ਇਸ ਵਾਸਤੇ ਬੇਨਤੀਆਂ ਕੀਤੀਆਂ ਵੀ ਚੜ੍ਹਦੀ ਕਲਾ ਦੇ ਨਾਲ ਸ਼ਰਧਾ ਭਾਵਨਾ 'ਚ ਸਾਰਾ ਸਮਾਗਮ। ਬਾਕੀ ਤਾਂ ਮਹਾਰਾਜ ਆਪਣਾ ਕਾਰਜ ਆਪੇ ਹੀ ਕਰਦੇ ਹੈ। ਜਿਸ ਕਾ ਕਾਰਜ ਤੇ ਨਹੀਂ ਕੀਆ ਮਾਨਸ ਕਿਆ ਬੇਚਾਰਾ ਹਰਾਮ। ਹੁਣ ਕਈ ਪ੍ਰੇਮੀ ਆ ਉਹ ਸਰੀਰ ਛੱਡ ਗਏ, ਰੀਝ ਹੁੰਦੀ ਹੈ ਕਿ ਐਤਕੀ ਵੀ ਗੁਰਪੁਰਬ 'ਚ ਸੇਵਾ ਕਰਾਂਗੇ, ਪਰ ਉਹ ਜਿਵੇਂ ਜਿਵੇਂ ਮਹਾਰਾਜ ਦਾ ਹੁਕਮ ਹੈ ਇਸ ਤਰ੍ਹਾਂ ਹੀ ਚੱਕਰ ਚੱਲ ਰਿਹਾ। ਅਤੇ ਜਿਨ੍ਹਾਂ ਨੂੰ ਸੇਵਾ ਦਾ ਮੌਕਾ ਮਿਲਿਆ ਆਪਣੇ ਆਪ ਨੂੰ ਵਡਭਾਗੇ ਸਮਝਣ। ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਸੇਵਾ ਦਾ ਮੌਕਾ, ਸਤਸੰਗ ਦਾ, ਸਿਮਰਨ ਦਾ, ਮਹਾਰਾਜ ਦੀ ਬਖਸ਼ਿਸ਼ ਨਾਲ ਸਮਾਂ ਮਿਲਦਾ ਹੈ। ਅੱਜ ਹੁਣ 12 ਮਾਹਾਂ ਜੋ ਬਾਣੀ ਹੈ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 2 ਜਗ੍ਹਾ ਅੰਕਿਤ ਹੈ। ਤੁਖਾਰੀ ਰਾਗ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਬਖਸ਼ਿਸ਼ ਹੋਈ ਹੈ। ਮਾਝ ਰਾਗ ਦੇ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਕਿਉਂਕਿ ਪਹਿਲੇ ਸਮਿਆਂ ਦੇ ਵਿੱਚ
ਆਮ ਲੋਕ ਪੰਡਤ ਲੋਕਾਂ ਤੋਂ ਮਹੀਨੇ ਦਾ ਨਾਂ ਜਾਂ ਵਿਚਾਰ ਸਰਵਣ ਕਰਦੇ ਸੀ। ਅਤੇ ਜਦੋਂ ਫਿਰ ਇਹ ਖਾਲਸਾ ਪੰਥ ਦੀ ਸਿਰਜਣਾ ਹੋਈ, ਮਨ ਵਿੱਚ ਉਹਨਾਂ ਦੇ ਬੜੀ ਜੈਲਸੀ ਹੋਈ ਕਿ ਹੁਣ ਤੁਸੀਂ ਭਾਈ ਆਪਣਾ 12 ਮਾਹ ਸੁਣ ਲਿਆ ਕਰੋ। ਫਿਰ ਗੁਰਸਿੱਖਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਪੰਚਮ ਪਾਤਸ਼ਾਹ ਜੀ ਨੂੰ। ਮਹਾਰਾਜ ਕਹਿਣ ਲੱਗੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਖਾਰੀ ਰਾਗ ਵਿੱਚ ਬਖਸ਼ਿਸ਼ ਕਰ ਗਏ ਹਨ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦਾ ਬਚਨ ਸਾਤਿਆ, ਫਿਰ ਉਹ ਬਾਣੀ ਮਹਿੰਗੀ ਹੈ, ਹਰੇਕ ਨੂੰ ਸੁਣਨੇ ਨਾਲ ਪੂਰਾ ਅਰਥ ਬੋਧ ਨਹੀਂ ਹੁੰਦਾ। ਆਪ ਕਿਰਪਾ ਕਰਕੇ ਕੋਈ ਸਰਲ ਰੂਪ ਵਿੱਚ ਬਖਸ਼ਿਸ਼ ਕਰ ਦਿਓ। ਮਹਾਰਾਜ ਨੇ ਵੀ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਜਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਮੰਜੀ ਸਾਹਿਬ ਹਾਲ ਹੈ, ਜਿੱਥੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਭਾਗ ਦੀ ਕਥਾ ਹੁੰਦੀ ਹੈ, ਉਹਦੇ ਸਾਹਮਣੇ ਪਾਲਕੀ ਸਾਹਿਬ ਬਣੀ ਹੈ। ਉਸ ਜਗ੍ਹਾ ਮਹਾਰਾਜ ਨੇ ਇਹ ਮਾਝ ਰਾਗ ਦਾ 12 ਮਹਾ ਉਚਾਰਨ ਕੀਤਾ ਹੈ। ਇਸ ਬਾਣੀ ਦਾ ਜੋ ਸਿਰਲੇਖ ਹੈ, 12 ਮਹਾ ਮਾਝ ਮਹੱਲਾ ਪੰਜਵਾਂ, ਇਹਦੀਆਂ 14 ਪੌੜੀਆਂ ਹਨ। ਪਹਿਲੀ ਪੌੜੀ ਮੰਗਲਾਚਰਨ ਦੇ ਰੂਪ ਵਿੱਚ ਹੈ, ਔਰ 12 ਪੌੜੀਆਂ ਵਿੱਚ 12 ਮਹੀਨਿਆਂ 'ਤੇ ਵਿਚਾਰ ਹੈ। ਜੋ ਅੰਤਮਲੀ ਪੌੜੀ ਹੈ, ਜਿਨ ਜਿਨ ਨਾਮ ਧਿਆਇਆ, ਇਹਦੇ ਵਿੱਚ ਇਸ ਬਾਣੀ ਦਾ ਪੜ੍ਹਨ ਸੁਣਨ ਵਿਚਾਰਨ ਦਾ ਮਹਾਤਮ ਲਿਖਿਆ ਗਿਆ ਹੈ। ਸੋ ਇਹ ਜਿਹੜੇ ਦਿਨ ਆ, ਇਹ ਪ੍ਰਕਿਰਤੀ ਦੇ ਨਾਲ ਚੱਲ ਰਹੇ ਆ। ਸਿਆਣੇ ਪੁਰਸ਼ਾਂ ਨੇ ਸਮੇਂ ਦੀ ਵੰਡ ਕੀਤੀ ਹੈ। ਸਦੀਆਂ ਆ, ਸਾਲ ਆ, ਮਹੀਨੇ ਆ, ਹਨੇਰਾ ਪੱਖ ਆ, ਚਾਨਣ ਪੱਖ ਆ, 12 ਮਹੀਨੇ ਆ, 6 ਰੁੱਤਾਂ ਆ, 7 ਵਾਰ ਆ, 15 ਥਿੱਤਾਂ ਆ। ਜਿਵੇਂ ਹੁਣ ਸਮੇਂ ਦੀ ਵੰਡ ਕਰਕੇ ਘੜੀ ਬਣਾਈ ਹੈ। ਹੁਣ ਕਿਸੇ ਨੇ ਆਪਣੀ ਸੇਵਾ 'ਤੇ ਜਾਣਾ, ਬਿਨਾਂ ਟਾਈਮ ਕੀ ਪਤਾ ਲੱਗੂ ਮੇਰੀ ਸੇਵਾ ਕਦੋਂ? ਘੜੀ ਤੋਂ ਪਤਾ ਲੱਗਦਾ ਨਾ ਕਿਤਨੇ ਵਜੇ ਆ। ਰੁੱਤਾਂ ਦਾ ਹੈਗਾ, ਇਹ ਸ਼ਿਸ਼ਰ ਰੁੱਤ ਹੈ, ਬਸੰਤ ਰੁੱਤ ਹੈ, ਪੱਤਝੜ ਆ, ਪਾਵਸ ਰੁੱਤ ਆ, ਬਹਾਰ ਦੀ ਹੈ, ਜੁਦੀਆਂ ਜੁਦੀਆਂ ਆਉਂਦੀਆਂ। ਇਹ ਉਹਨਾਂ ਦਾ ਆਪਣਾ ਪ੍ਰਭਾਵ ਵੀ ਹੈਗਾ। ਜਿਹੜੇ ਪੱਤਝੜ ਆਉਂਦੀ ਦੇਖ ਲਓ, ਕੁਦਰਤੀ ਪੱਤੇ ਝੜ ਜਾਂਦੇ ਆ, ਦਰਖਤ ਵੀ ਡੁੰਡ ਮੁੰਡ ਜਿਹਾ ਨਜ਼ਰ ਆਉਂਦੇ। ਬਸੰਤ ਰੁੱਤ ਆਉਂਦੀ, ਸਾਰੇ ਬਨਸਪਤੀ ਖਿੜ ਜਾਂਦੀ, ਫੁੱਲ ਪੀਲੇ ਪੀਲੇ ਨਜ਼ਰ ਆਉਣ। ਪਾਵਸ ਬਰਸਾਤ ਦੀ ਰੁੱਤ ਆ, ਵਰਸ਼ਾ ਦਾ ਹੋ ਜਾਏਗਾ। ਸਰਦ ਰੁੱਤ ਆ, ਉਦੋਂ ਠੰਡ ਹੋ ਜਾਂਦੀ। ਗਰੀਖਮ ਆ, ਗਰਮੀ ਹੋ ਜਾਂਦੀ ਹੈ। 2-2 ਮਹੀਨਿਆਂ ਦੀ ਇੱਕ ਰੁੱਤ ਆ। ਇਸੇ ਤਰ੍ਹਾਂ ਚੰਦਰਮਾ ਔਰ ਸੂਰਜ ਦੇ ਨਾਲ, ਪ੍ਰਕਿਰਤੀ ਦੇ ਨਿਯਮਾਂ ਨਾਲ ਇਹ ਦਿਨ ਕੁਝ ਚੱਲਦੇ ਆ। ਸੂਰਜ ਦੀਆਂ 12 ਰਾਸ਼ਾਂ, ਇੱਕ ਮਹੀਨੇ ਵਿੱਚ ਇਹ ਇੱਕ ਰਾਸ਼ੀ ਦਾ ਸਫ਼ਰ ਪੂਰਾ ਕਰਦਾ, ਸਰਕਲ ਜਿਹੜਾ ਇਹਦਾ। ਜਿਸ ਦਿਨ ਇਹਦਾ ਸਰਕਲ ਪੂਰਾ ਹੁੰਦਾ, ਚੱਕਰ, ਮਹੀਨੇ ਬਾਅਦ ਉਸ ਦਿਨ ਨੂੰ ਮਸਾਂਤ ਕਹਿੰਦੇ ਆ।
ਮਸ ਜਮਾ ਅੰਤ, ਮਸ ਨਾ ਮਹੀਨੇ ਦਾ ਅੰਤ ਮੈਨੂੰ ਪੂਰਾ ਹੋ ਗਿਆ। ਮਸਾਂਤ ਮਹੀਨੇ ਦਾ ਅੰਤ ਹੋ ਗਿਆ, ਮਹੀਨਾ ਪੂਰਾ ਹੋ ਗਿਆ। ਜਿਸ ਦਿਨ ਫਿਰ ਉਹ ਅਗਲੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਉਹਨੂੰ ਸੰਗਰਾਂਦ ਕਹਿੰਦੇ ਆ। ਆਪਾਂ ਸਿੱਧਾ ਸੰਗਰਾਂਦ ਬਣਾ ਲਿਆ ਲਿਖਣ ਵਿੱਚ, ਸੰਕ੍ਰਾਂਤੀ। ਸੰਗ ਨੇ ਭਲੀ ਪ੍ਰਕਾਰ ਸੂਰਜ ਦਾ ਦੂਸਰੀ ਰਾਸ਼ੀ ਵਿੱਚ ਕ੍ਰਾਂਤੀਕਾਰੀ ਹੋਣਾ, ਗਮਨ ਕਰਨਾ, ਚੱਲਣਾ। ਇਹਦਾ ਹਿੰਦੂ ਮਤ ਨਾਲ ਜਾਂ ਮੁਸਲਮਾਨ ਕਿਸੇ ਨਾਲ ਕੋਈ ਲਿੰਕ ਨਹੀਂ। ਇਹ ਤਾਂ ਪ੍ਰਕਿਰਤੀ ਦੇ ਨਿਯਮ ਨਾਲ ਚੱਲ ਰਿਹਾ। ਇਹ ਸੂਰਜ ਨਾਲ ਪੂਰਨਮਾਸ਼ੀ ਜਾਂ ਪੂਰਨਮਾ ਜਾਂ ਪੁੰਨਿਆ ਕਹਿ ਦਿਓ, ਇਹ ਚੰਦਰਮਾ ਦੇ ਨਾਲ ਹੈ। ਚੰਦਰਮਾ ਦੀਆਂ ਕਲਾ 15 ਦਿਨ ਘਟਦੀਆਂ ਅਤੇ 15 ਦਿਨ ਵੱਧਦੀਆਂ। ਇਹਦੀਆਂ 16 ਕਲਾ ਮੰਨੀਆਂ। ਜਦੋਂ ਇਹਦੀਆਂ ਕਲਾ 16 ਪੂਰੀਆਂ ਹੋ ਜਾਣੀਆਂ, ਪੁੰਨਿਓ ਪੂਰਾ ਚੰਦ ਆਕਾਸ਼, ਆਕਾਸ਼ ਵਿੱਚ ਫਿਰ ਚੰਦਰਮਾ ਆਪਣੀਆਂ ਕਲਾ ਨਾਲ ਪੂਰਨ ਤੌਰ 'ਤੇ ਪ੍ਰਕਾਸ਼ ਕਰਦਾ ਹੈ। ਉਸ ਦਾ ਨਾਮ ਹੈ ਪੁੰਨਿਆ। ਪੂਰਨਮਾ, ਪੂਰਨਮਾਸ਼ੀ। ਮਾਸ਼ੀ ਮੈਨੇ ਮਹੀਨੇ ਵਿੱਚ ਚੰਦ ਦਾ ਪੂਰਨ ਹੋ ਜਾਣਾ, ਉਹਦਾ ਨਾਮ ਪੁੰਨਿਆ। ਤੀਸਰਾ ਮਹੀਨੇ 'ਚ ਆਉਂਦਾ ਅਮਾਵਸ। ਅਮੀ ਨਾਮ ਹੁੰਦਾ ਚੰਦਰਮਾ ਦਾ। ਚੰਦਰਮਾ ਦਾ ਬਸ ਹੋ ਜਾਣਾ ਸੂਰਜ ਦੇ। ਜਦੋਂ ਸੂਰਜ ਦੇ ਵਿੱਚ ਚੰਦਰਮਾ ਪ੍ਰਵੇਸ਼ ਕਰ ਜਾਂਦਾ, ਉਹਦਾ ਆਪਣਾ ਪ੍ਰਕਾਸ਼ ਨਹੀਂ ਉਦਣ ਹੁੰਦਾ। ਉਦਣ ਹਨੇਰਾ ਹੋ ਜਾਂਦਾ। ਮੱਸਿਆ ਦੀ ਕਾਲੀ ਬੋਲੀ ਰਾਤ, ਉਹਨੂੰ ਅਮਾਵਸ ਕਹਿ ਦਿੰਦੇ ਆ। ਅਤੇ ਜਿਹੜੇ ਇਹਨਾਂ ਦੇ ਅਰਥ ਭੇਦ ਨੂੰ ਨਹੀਂ ਸਮਝਦੇ, ਉਹ ਕਈ ਵਾਰੀ ਗਲਤ ਮਗਾਲਤਾਂ 'ਚ ਪੈ ਜਾਂਦੇ ਆ। ਆਪਣਾ ਜੀ ਇਹਦੇ ਨਾਲ ਕੋਈ ਲਿੰਕ ਨਹੀਂ। ਇਹ ਤਾਂ ਕੁਦਰਤ ਪ੍ਰਕਿਰਤੀ ਦੇ ਨਿਯਮ ਨਾਲ ਚੀਜ਼ਾਂ ਚੱਲ ਰਹੀਆਂ। ਸਮੇਂ ਦੀ ਵੰਡ ਚੱਲ ਰਹੀ ਹੈ। ਅਤੇ ਬਹੁਤ ਸਾਰੇ ਕਵੀਆਂ ਨੇ ਵੀ 12 ਮਹਾਂ ਲਿਖਿਆ, 35 ਸਖਰੀਆਂ ਲਿਖੀਆਂ, 30 ਹਰਫੀਆਂ ਲਿਖੀਆਂ। ਵਰਣਮਾਲਾ ਵੀ ਹੈ, ਜਿੱਥੇ ਅੰਕਾਂ ਦੀ ਗਿਣਤੀ ਹੈ, ਗਣਿਤ ਵਿਦਿਆ ਦੀ, ਉਹਨੂੰ ਵਰਣਮਾਲਾ ਕਹਿੰਦੇ ਆ। ਆਪਣੀ ਬੋਲੀ 'ਚ ਜੁਦਾ ਜੁਦਾ ਵੀ ਨਾਂ ਰੱਖੇ ਹੋਏ ਆ। ਅਤੇ ਗੁਰੂ ਮਹਾਰਾਜ ਦੀ ਜਿਹੜੇ ਪੁਰਾਣੇ ਸੁੰਦਰ ਗੁਟਕੇ, ਉਹ 'ਚ 35 ਸਖਰੀ ਮਿਲਦੀ ਹੈ। ਇਹਦੇ 'ਚ ਵੀ ਪੱਟੀ ਲਿਖੀ, ਇੱਕ ਅੱਖਰੀ ਵਿਆਖਿਆ ਕੀਤੀ ਹੈ। 52 ਅੱਖਰੀ ਹੈ, 52 ਅੱਖਰਾਂ ਦੀ ਵਿਆਖਿਆ ਕੀਤੀ ਹੋਈ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਵੱਲੋਂ ਵੀ ਹੈ ਅਤੇ ਕਬੀਰ ਸਾਹਿਬ ਦੀ ਵੀ ਹੈ। 52 ਅੱਖਰ ਜੋਰੇ ਆਨ, ਸਕਿਆ ਨਾ ਖਰੇਕ ਪਛਾਣ, ਬਾਣੀ 'ਚ ਆਉਂਦਾ। ਕਈਆਂ ਦਾ ਅਸੀਂ ਜੀ ਸੰਗਰਾਂਦ ਨੂੰ ਨਹੀਂ ਮੰਨਦੇ। ਮੰਨਦੇ ਤਾਂ ਸਾਰੇ ਗੁਰੂ ਨੂੰ ਹੀ ਆ। ਇਹ ਤਾਂ ਇੱਕ ਪ੍ਰਕਿਰਤੀ ਦੇ ਨਿਯਮ ਨਾਲ ਆਉਂਦੇ ਆ। ਅਤੇ ਮਹਾਰਾਜ ਨੇ ਇਹ ਸਾਰੀ ਵਿਆਖਿਆ ਵੀ ਕੀਤੀ ਹੈ। 12 ਮਾਹਾਂ ਦੀ ਵੀ ਕੀਤੀ ਹੈ, ਪੁੰਨਿਆਂ ਦੀ ਵੀ ਕੀਤੀ ਹੈ, ਅਮਾਵਸ 'ਤੇ ਵੀ ਲਿਖੀ ਹੈ, ਤਿੱਤਾਂ 'ਤੇ ਵੀ ਲਿਖੀ ਹੈ, 7 12 'ਤੇ ਵੀ ਵਿਆਖਿਆ ਲਿਖੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਦਰਜ ਹੈ। ਸੋ ਇਸ ਵਾਸਤੇ ਅੱਜ ਜੋ ਮਹੀਨਾ ਆਰੰਭ ਹੋ ਰਿਹਾ ਹੈ, ਇਸ ਦੀ ਵਿਚਾਰਧਾਰਾ ਸਰਵਣ ਕਰਨੀ ਹੈ। ਹੁਣ ਮਹਾਰਾਜ ਦਾ ਜਿਹੜਾ ਗੁਰਪੁਰਬ ਹੈ, ਉਹ ਪੁੰਨਿਆਂ ਦੇ ਹਿਸਾਬ ਨਾਲ ਆਉਂਦਾ ਹੈ। ਇਹਦੇ 'ਤੇ ਵੀ ਲੋਕਾਂ ਨੇ ਬਹੁਤ ਵਿਵਾਦ ਖੜ੍ਹੇ ਕੀਤੇ, ਕਿਤਾਬਾਂ ਵੀ ਲਿਖਤੀਆਂ। ਕੱਤਕ ਕੇ ਵਿਸਾਖ, ਉਹਨਾਂ ਨੇ ਸਮਝਣ ਵਿਚਾਰਨ ਦੀ ਕੋਸ਼ਿਸ਼ ਨਹੀਂ ਕੀਤੀ।
ਕਿੰਤੂ ਪਰੰਤੂ ਸ਼ੁਰੂ ਕਰ ਲੈ। ਹੁਣ ਬਾਣੀ 'ਚ ਸਾਰੀਆਂ ਵਿਚਾਰਾਂ ਦੱਸੀਆਂ। ਗਡੇਂਦਿਆਂ ਛੇਵਾਂ ਤੁੜਿੰਦਿਆਂ ਹਿੱਕ ਖਿਨੋ, ਦਸੀਂ ਮਾਸੀ ਬਾਲਕ ਜਨਮ ਲਿਆ, ਮਿਟਿਆ ਸੋਗ ਆਨੰਦ ਥੀਆ। ਆਯੁਰਵੇਦ ਦੇ ਵਿੱਚ ਸਾਰੀ ਗੱਲ ਦੱਸੀ ਹੈ ਕਿ ਜਦੋਂ ਮਾਤਾ ਦੇ ਉਦਰ ਵਿੱਚ ਇਹ ਸਰੀਰ ਦੀ ਬਣਤਰ ਸ਼ੁਰੂ ਹੁੰਦੀ ਹੈ, ਬਿੰਦ ਤੇ ਜਨ ਪਿੰਡ ਕੀਆ ਅਗਨ ਕੁੰਡ ਰਹਾਇਆ, 10 ਮਾਸ ਮਾਤਾ ਉਦਰ ਰਾਖਿਆ ਬਹੁਰ ਲਾਗੀ ਮਾਇਆ। 4 ਮਹੀਨਿਆਂ ਵਿੱਚ ਸਰੀਰ ਦਾ ਕਲਬੂਤ ਪੂਰਾ ਹੁੰਦਾ ਹੈ। ਚੌਥੇ ਮਹੀਨੇ ਦੇ ਪੂਰੇ ਹੋਣ ਤੋਂ ਬਾਅਦ ਜੀਵਾਤਮਾ ਸਰੀਰ ਦੇ ਵਿੱਚ ਪ੍ਰਵੇਸ਼ ਕਰਦੀ ਹੈ। 4 ਤੇ 6 ਹੋ ਗਿਆ 10। ਵਿਸਾਖ ਦੇ ਮਹੀਨੇ, ਵਿਸਾਖ ਤੋਂ ਕੱਤਕ ਤਾਈਂ ਲੈ ਲਓ 6 ਮਹੀਨੇ ਬਣਦੇ ਆ। ਇਸ ਵਾਸਤੇ ਕੱਤਕ ਦੀ ਪੂਰਨਮਾਸ਼ੀ, ਕਿਉਂਕਿ ਪੁੰਨਿਆਂ 'ਤੇ ਚੰਦ ਦਾ ਕੰਮ ਆ, ਠੰਡ ਤੇ ਜਿਹੜੇ ਅਵਤਾਰ ਆਉਂਦੇ ਉਹਨੂੰ ਦੁਨੀਆ 'ਤੇ ਠੰਡ ਵਰਤਾਉਣੀ ਹੁੰਦੀ ਹੈ। ਹਰ ਚੀਜ਼ ਜਿਹੜੀ ਹੈ ਕਿਸੇ ਨਿਯਮ ਵਿੱਚ ਹੁੰਦੀ ਹੈ। ਆਮ ਲੋਕਾਂ ਦੀ ਕੱਤੇ ਦੇ ਮਹੀਨੇ ਮੱਝ ਗਾਂ ਸੂ ਪਈ, ਬੀਬੀ ਨੂੰ ਬੱਚਾ ਹੋ ਗਿਆ ਜੀ ਮਾੜਾ ਹੁੰਦਾ। ਮਹਾਰਾਜ ਨੇ ਇਹ ਵੀ ਵਹਿਮ ਕੱਢਣਾ ਸੀ ਵੀ ਕੋਈ ਮਹੀਨਾ ਦਿਨ ਮਾੜਾ ਨਹੀਂ, ਆਪਣੇ ਕਰਮਾਂ ਨਾਲ ਬੰਦਾ ਚੰਗਾ ਤੇ ਆਪਣੇ ਕਰਮਾਂ ਨੇ ਮਾੜਾ। ਤੇ ਦੂਜਾ ਕੱਤਕ ਦੀ ਪੂਰਨਮਾਸ਼ੀ ਨੂੰ ਸਮੁੰਦਰ ਦੇ ਵਿੱਚ ਜਵਾਰ ਭਾਟਾ ਆਉਂਦਾ ਹੈ, ਪਾਣੀ ਉਛਲ ਉਛਲ ਚੰਦ ਵੱਲ ਜਾਂਦਾ। ਇਹ ਗਿਆਨ ਦਾ ਜਵਾਰ ਭਾਟਾ ਸੀ ਕਿ ਸਾਰੇ ਸੰਸਾਰ ਦੇ ਉੱਤੇ ਮਹਾਰਾਜ ਗਿਆਨ ਦਾ ਪ੍ਰਕਾਸ਼ ਕਰਨਗੇ। ਹਰ ਚੀਜ਼ ਨਿਯਮ ਵਿੱਚ, ਤੇ 10ਵੇਂ ਪਾਤਸ਼ਾਹ ਨੇ ਵੀ ਲਿਖਿਆ ਇਲਾਹਾਬਾਦ, ਤਹੀਂ ਪ੍ਰਕਾਸ਼ ਹਮਾਰਾ ਭਇਓ, ਕਿ ਸਾਡੀ ਆਤਮਾ ਦਾ ਪਟਨਾ ਸ਼ਹਿਰ ਵੇਖੇ ਭਵਲ, ਕਿ ਸਾਡਾ ਜਿਹੜਾ ਅਵਤਰਨ ਹੋਇਆ ਪਟਨੇ ਹੋਇਆ। ਤੇ ਪ੍ਰਕਾਸ਼ ਇਲਾਹਾਬਾਦ ਦਾ ਲਿਖਿਆ, 2 ਅੱਖਰ ਲਿਖੇ, ਪ੍ਰਕਾਸ਼ ਹੋਇਆ ਇਲਾਹਾਬਾਦ। ਮਾਤਾ ਕੇ ਉਦਰੇ ਮੈਂ ਕੀਆ ਨਿਵਾਸ। ਭਾਵ ਹੁੰਦਾ ਸਰੀਰ ਦਾ ਪ੍ਰਗਟ ਹੋਣਾ। ਇਹ ਹੁਣ ਜਿਹੜੇ ਲੋਕ ਕਿਸੇ ਮਹਾਂਪੁਰਖ ਦੀ ਸੰਗਤ ਕਰਨੀ ਨਹੀਂ, ਆਪਣੇ ਢੰਗ ਦੇ ਨਾਲ ਉਖੜੇ ਕੁਹਾੜੇ ਚਲਾਈ ਜਾਂਦੇ ਆ। ਹਰ ਚੀਜ਼ ਜਿਹੜੀ ਆ ਉਹਦੇ ਪਿੱਛੇ ਬੜੀ ਭਾਰੀ ਫਿਲਾਸਫੀ ਹੁੰਦੀ ਹੈ, ਵਿਚਾਰ ਹੁੰਦੀ ਹੈ। ਵਿਚਾਰ ਵਾਲੇ ਪਾਸੇ ਤੁਰਨਾ ਨਹੀਂ। ਇੱਕ ਤਾਂ ਜਾਂਦਾ ਹੁੰਦਾ ਨਾ, ਕੁੰਜੀ ਨਾ ਖੋਲ੍ਹਿਆ, ਕੁੰਜੀ ਦੇ ਨਾਲ ਲਾ ਲਿਆ। ਇੱਕ ਹੁੰਦਾ ਵਿੱਚ ਕੋਈ ਅਰ ਲੜਾਈ ਤੇ ਪਟ ਲਿਆ ਤੇ ਤੋੜ ਲਿਆ। ਅੱਜ ਇਹਨਾਂ ਲੋਕਾਂ ਦਾ ਇਹ ਕੰਮ ਹੈ। ਵਿਚਾਰ ਦੀ ਕੁੰਜੀ ਨਹੀਂ, ਧੱਕੇ ਤੋੜੇ ਦੇ ਅਰਥ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨਾ, ਬਾਣੀ ਦੇ ਅਰਥ ਆਪਣੀ ਮਨਮਰਜ਼ੀ ਨਾਲ ਕਰਨੇ। ਆਪ ਤੇ ਭੰਬਲ ਪੂਸੇ ਪਏ ਆ, ਉਹ ਸੰਗਤ ਨੂੰ ਵੀ ਪਾਈ ਜਾਂਦੇ। ਕੋਈ ਨਾ ਕੋਈ ਨਿਸ਼ਰਦਕਤਾ ਵਾਲੀ ਗੱਲ ਕਰਨੀ ਹੈ। ਸੋ ਆਓ, ਕੱਤਕ ਦਾ ਮਹੀਨਾ ਕੱਲ੍ਹ ਪੂਰਾ ਹੋਇਆ। ਅੱਜ ਜੋ ਇਹ ਮਗਰ ਦਾ ਮਹੀਨਾ ਆਰੰਭ ਹੋਇਆ, 12 ਮਾਹ ਬਾਣੀ ਵਿੱਚੋਂ ਧੰਨ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮੁਖਾਰਬਿੰਦ ਦੀ ਬਾਣੀ ਹੈ। ਵਿਚਾਰ ਸਰਵਣ ਕਰੀਏ। ਮਨ ਬਿਰਤੀ ਦੀ ਇਕਾਗਰਤਾ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ।
ਆਮ ਸਿੱਧਾ ਆਪਾਂ ਮਗਰ ਕਹਿ ਦਿੰਦੇ ਹਾਂ, ਪਰ ਲੇਖਤ ਵਿੱਚ ਮਹਾਰਾਜ ਲਿਖਿਆ ਮੰਗਰ। ਮੰਗਰ ਦੇ ਮਹੀਨੇ ਵਿੱਚ ਉਹ ਜਗਿਆਸੂ, ਉਹ ਪ੍ਰੇਮੀ ਜਨ, ਉਹ ਜੀਵਾਤਮਾ ਸੁਹੰਦੀਆਂ ਸੋਭਨੀਕ ਹੁੰਦੀਆਂ ਹਨ। ਹਰ ਤੇਰ ਸੰਗ ਬੈਠੜਿਆ। ਹਰੀ ਪਿਰ, ਜੋ ਸਾਰਿਆਂ ਦਾ ਮਾਲਕ, ਉਹਦੀ ਸੰਗਤ ਵਿੱਚ ਆ ਕੇ ਜੋ ਬੈਠੜੀਆ ਬਹਿੰਦੇ ਆ। ਕਿਉਂ ਬਹਿਣਾ ਤਾਂ ਖੁੰਡ ਪਾਰਟੀ 'ਚ ਵੀ ਬਹੁਤ ਲੋਕ ਬੈਠੇ ਆ, ਤਾਸਾਂ ਵਾਲੇ, ਜੂਆ ਖੇਲਣ ਵਾਲੇ ਬੈਠੇ ਹੁੰਦੇ ਆ, ਅਤੇ ਜਿੱਥੇ ਮੈਖਾਨੇ ਸ਼ਰਾਬਖਾਨੇ ਉੱਥੇ ਵੀ ਬੈਠੇ ਹੁੰਦੇ ਆ। ਬਹਿੰਦੇ ਤਾਂ ਉਹ ਵੀ ਆ, ਸਿਨੇਮਿਆਂ 'ਚ ਵੀ ਬੈਠੇ ਆ, ਜਿੱਥੇ ਡਾਂਸ ਭੰਗੜੇ ਨਾਚ ਮੁਜਰੇ ਹੁੰਦੇ ਆ, ਪੱਬਾਂ ਕਲੱਬਾਂ 'ਚ ਇੱਕ ਨਕਾਮ ਪਨਾਉਂਦੇ ਫਿਰਦੇ ਆ। ਬਹੁਤ ਜਗ੍ਹਾ ਦੁਨੀਆ ਬਹਿੰਦੀ ਹੈ। ਮਕਾਨਾਂ ਦੇ ਵਿੱਚ ਬੈਠੇ ਹੁੰਦੇ ਆ, ਹੋਰ ਕਈ ਤਰ੍ਹਾਂ ਦੇ ਜਸ਼ਨ ਮਨਾਉਂਦੇ, ਉੱਥੇ ਵੀ ਬੈਠੇ ਹੁੰਦੇ ਆ। ਪਰ ਮਹਾਰਾਜ ਨੇ ਕਿਹੜੇ ਬੈਠਣ ਦੀ ਸਿਫਤ ਕੀਤੀ ਹੈ? ਉਹ ਲੋਕ ਧਾਨਿਆ ਪਿਰ ਸੰਗ ਬੈਠੜੀਆ। ਪਿਰ ਪਰਮਾਤਮਾ ਦੀ, ਗੁਰੂ ਮਹਾਰਾਜ ਦੀ ਜਿਹੜੀ ਸੰਗਤ ਆ, ਜਿਹੜੇ ਉਹਦੇ ਵਿੱਚ ਆ ਕੇ ਬਹਿੰਦੇ ਹਨ। ਤਿਨ ਕੀ ਸੋਭਾ ਕਿਆ ਗਣੀ। ਫਿਰ ਮਹਾਰਾਜ ਉਹਦੀ ਵਡਿਆਈ ਕਰਦੇ ਆ। ਉਹ ਜਿਹੜੇ ਗੁਰਮੁਖ ਪਿਆਰੇ ਮਾੜੀਆਂ ਸੁਸਾਇਟੀਆਂ ਦਾ ਤਿਆਗ ਕਰਕੇ ਗੁਰੂ ਮਹਾਰਾਜ ਦੇ ਚਰਨ ਸ਼ਰਨ ਵਿੱਚ, ਗੁਰੂ ਕੀ ਸੰਗਤ ਵਿੱਚ ਬੈਠਦੇ ਹਨ, ਉਹਨਾਂ ਦੀ ਸੋਭਾ ਵਡਿਆਈ ਦੀ ਕੀ ਗਿਣਤੀ ਕੀਤੀ ਜਾਏ, ਉਹ ਗਿਣਤੀ ਵਿੱਚ ਆਉਣ ਵਾਲੀ ਚੀਜ਼ ਨਹੀਂ। ਉਹ ਤਾਂ ਅਥਾਹ ਬਖਸ਼ਿਸ਼ ਵਾਲੀ ਸੰਗਤ ਹੁੰਦੀ ਹੈ। ਜੇ ਸਾਹਿਬ ਮੇਲੜੀਆ। ਜਿਨ੍ਹਾਂ ਨੇ ਸੰਗਤ ਵਿੱਚ ਆ ਕੇ ਆਪਣੇ ਐਬ ਕੁਕਰਮ ਛੱਡ ਦਿੱਤੇ, ਨਾਮ ਬਾਣੀ ਨਾਲ ਜੁੜ ਗਏ, ਅੰਮ੍ਰਿਤ ਛਕ ਕੇ ਗੁਰੂ ਕੀ ਰੰਗਣ ਵਿੱਚ ਰੰਗੇ ਗਏ। ਕਹਿੰਦੇ ਉਹ ਜਿਹੜੇ ਗੁਰਮੁਖ ਜਿਨ੍ਹਾਂ ਨੂੰ ਸਾਹਿਬ ਨਾਲ ਆਪਣੇ ਨਾਲ ਮੇਲ ਲਿਆ, ਜਿਹੜੇ 5 ਪਿਆਰੇ ਅੰਮ੍ਰਿਤ ਛਕਾਉਂਦੇ ਨਾ, ਉਦੋਂ ਇੱਕ ਬਚਨ ਕਹਿੰਦੇ ਹੁੰਦੇ ਬਾਣੀ ਦੁਆਰਾ, ਸਤਿਗੁਰ ਕੈ ਜਨਮੈ ਗਵਨ ਮਟਾ। ਇੱਕ ਤਾਂ ਹੁੰਦਾ ਮਾਤਾ ਪਿਤਾ ਦੁਆਰਾ ਜਨਮ, ਇਹਨੂੰ ਬਿੰਦੀ ਔਲਾਦ ਕਹਿੰਦੇ ਆ। ਇੱਕ ਹੁੰਦੀ ਨਾਦੀ, ਜਦੋਂ ਅੰਮ੍ਰਿਤ ਛਕਦਾ ਇਹਦਾ ਦੂਆ ਜਨਮ ਹੁੰਦਾ। ਦੁਵਿਜ ਉਸ ਵੇਲੇ ਫਿਰ ਕਹਿੰਦੇ ਤੇਰੇ ਸਾਰੇ ਪਿਛਲੇ ਤਾਂ ਮਹਾਰਾਜ ਨੇ ਅੱਜ ਮਾਫ ਕਰਤੇ ਆ, ਬੇਨਤੀ ਕਰਨੀ ਹੈ ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੈ ਮਾਰਗ ਪਾਵੈ। 4 ਬਜਰਕ ਰਹਿਤਾਂ ਨਹੀਂ ਕਰਨੀਆਂ, 5 ਰਹਿਤਾਂ 'ਚ ਪ੍ਰਪੱਕ ਰਹਿਣਾ, ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ ਦਾ ਨਿਤਨੇਮ, ਮੂਲ ਮੰਤਰ ਗੁਰਮੰਤਰ ਦਾ ਅਭਿਆਸ, ਸ਼ਾਮ ਨੂੰ ਰਹਿ ਰਸ ਆਰਤੀ ਸੋਹਿਲਾ, ਆਪਣੀ ਹਿੰਮਤ ਨਾਲ ਸ੍ਰੀ ਆਸਾ ਦੀ ਵਾਰ ਸੁਖਮਣੀ, ਪੁਰਾਣੇ ਗੁਰਸਿੱਖ 5 ਗ੍ਰੰਥੀ 10 ਗ੍ਰੰਥੀ, ਵੱਧ ਤੋਂ ਵੱਧ ਸੁਖਮਣੀ ਸ੍ਰੀ ਜਪਜੀ ਸਾਹਿਬ ਦੇ ਪਾਠ, ਗੁਰ ਸ਼ਬਦ ਦਾ ਅਭਿਆਸ। ਇਹ ਤਾਂ ਆਪੋ ਆਪਣੀ ਹਿੰਮਤ ਔਰ ਸ਼ਰਧਾ ਭਗਤੀ 'ਤੇ ਸਾਰੀ ਚੀਜ਼ ਖੜ੍ਹੀ ਹੈ। ਔਰ ਇਸੇ ਤਰ੍ਹਾਂ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ 'ਤੇ ਪੂਰਾ ਦ੍ਰਿੜ ਭਰੋਸਾ ਵਿਸ਼ਵਾਸ, ਅਤੇ ਬਾਕੀ ਗੁਰ ਮੜੀ ਮਠ ਭੂਲ ਨਾ ਮੰਨੈ, ਖਾਲਸਾ ਤਾਹਿਨ ਖਾਲਸ ਜਾਣੈ। ਇਹ ਬਚਨ ਜਿੰਨੇ ਕਿਰਤ ਦਾ 10ਵਾਂ ਹਿੱਸਾ ਧਰਮ ਕਾਰਜਾਂ 'ਚ ਖਰਚ ਕਰਨਾ, 24 ਘੰਟਿਆਂ 'ਚੋਂ 2.5 ਘੰਟੇ ਨਾਮ ਬਾਣੀ ਵਿੱਚ, ਦੋਨੋਂ ਵੇਲੇ ਮਹਾਰਾਜ ਦਰਸ਼ਨ ਕਰਨੇ, ਨਿਤਨੇਮ ਕਥਾ ਕੀਰਤਨ ਵਿੱਚ ਹਾਜ਼ਰੀ ਭਰਨੀ, ਔਰ ਮਾੜੀ ਸੁਸਾਇਟੀ ਤੋਂ ਬਚਣਾ। ਚੰਚਲ ਚਿਤ ਨਾ ਜਾਏ ਤਮਾਸ਼ੇ, ਜੂਏ ਜਾਏ ਨਾ ਖੇਲਤ ਪਾਸੇ। ਇਹ ਰਹਿਤਨਾਮੇ ਸਾਰੀਆਂ ਵਿਚਾਰਾਂ ਦੱਸੀਆਂ ਹੋਈਆਂ। ਗੁਰੂ ਗ੍ਰੰਥ ਸਾਹਿਬ ਸਾਰਾ ਹੀ ਚਿੱਤਰ
ਚਿਤਰਿਆ ਹੋਇਆ ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਸੋ ਭਲ ਕੇ ਉਠਰ ਨਾਮ ਤੇ ਆਵੇ। ਇਸ ਵਿੱਚ ਸਾਰਾ ਹੀ ਦੱਸ ਗਿਆ। ਸੋ ਇਸ ਵਾਸਤੇ ਗੁਰਸਿੱਖ ਦੀ ਰਹਿਣੀ ਬਾਰੇ ਭਾਈ ਗੁਰਦਾਸ ਦੀਆਂ 12 'ਚ ਬੜੀ ਗੁਰਸਿੱਖੀ ਦੀ ਵਿਆਖਿਆ ਕੀਤੀ ਹੈ। ਗੁਰਸਿੱਖੀ ਦਾ ਸਿੱਖਣਾ, ਗੁਰਮੁਖ ਸਾਧ ਸੰਗਤ ਦੀ ਸੇਵਾ, ਗੁਰਮਤਿ ਨਾਮ ਦਾ ਇਸ਼ਨਾਨ, ਥੋੜ੍ਹਾ ਸਵਣਾ ਜਾਗਣਾ, ਥੋੜ੍ਹਾ ਬੋਲਣ ਗੁਰਮਤਿ ਪਾਏ। ਇੱਕ ਇੱਕ ਪੰਕਤੀ 'ਚ ਸਾਰੀ ਵਿਆਖਿਆ ਕੀਤੀ ਹੋਈ ਹੈ। ਇਹ ਗੁਰਪੁਰਬ ਮਨਾਉਣ ਦਾ, ਹੋਰ ਦਿਨ ਮਨਾਉਣ ਦਾ ਪ੍ਰਯੋਜਨ ਇਹ ਹੈ ਕਿ ਜਿਹੜੀ ਸਾਡੇ 'ਚ ਕਮੀ ਆ ਉਹ ਛੱਡੀਏ। ਕਮੀ ਕਿਵੇਂ ਦੂਰ ਕਰਨੀ ਉਹ ਯਤਨ ਕਰੀਏ। ਜਿਹਦੇ ਨਾਲ ਚੰਗੇ ਗੁਣ ਆਉਣ ਉਹ ਗ੍ਰਹਿਣ ਕਰੀਏ। ਆਪਣੇ ਆਪ ਨੂੰ ਬਿਲਕੁਲ ਮਨ ਬਾਣੀ ਸਰੀਰ ਦਾ ਸ਼ੁੱਧ ਪਵਿੱਤਰ ਬਣਾਉਣਾ। ਪਵਿੱਤਰ ਪਨੀਤ ਵਾਲੀ ਗੱਲ। ਅਤੇ ਗੁਰਸਿੱਖ ਜਿਹੜਾ ਵੀ ਉਹਦਾ ਜੀਵਨ ਇੰਨਾ ਪਵਿੱਤਰ ਆ, ਉਹਦੇ ਦਰਸ਼ਨ ਕਰਨ ਵਾਲਿਆਂ ਦੇ ਜੀਵਨ 'ਚ ਪਰਿਵਰਤਨ ਆਉਣਾ ਸ਼ੁਰੂ ਹੋ ਜਾਂਦਾ। ਗੁਰਮੁਖਾਂ ਦੀ ਜਿਹੜੀ ਰਹਿਤ ਮਰਜ਼ਾਦਾ, ਕੋਈ ਵੱਡੇ ਵੱਡੇ ਲੈਕਚਰ ਥੋੜ੍ਹੀ ਦਿੰਦੇ ਹੋ ਹੈਂ। ਥੋੜ੍ਹੇ ਬਚਨਾਂ ਵਿੱਚ ਇਹ ਸਭ ਕੁਛ ਕਰ ਜਾਂਦੇ ਆ। ਜਿਹੜੇ ਕਮਾਈ ਵਾਲੇ ਲੋਕ, ਉਹਨਾਂ ਦਾ ਪ੍ਰਭਾਵ ਹੀ ਐਸਾ ਹੁੰਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਤਿੰਨ ਕੀ ਸੋਭਾ ਕਿਆ ਗਣੀ। ਉਹਨਾਂ ਦੀ ਸੋਭਾ ਕੀ ਗਿਣਤੀ ਕੀਤੀ ਜਾਏ ਜੋ ਗੁਰੂ ਮਹਾਰਾਜ ਦੀ ਸੰਗਤ 'ਚ ਆ ਕੇ ਬੈਠਦੇ ਆ। ਹੁਣ ਗੁਰਪੁਰਬ ਆ, ਇਹ ਨਹੀਂ ਵੀ ਉੱਧਰ ਰਾਗੀ ਢਾਡੀ ਲੱਗੇ ਆ, ਤੁਸੀਂ ਬੈਠੇ ਰੇੜੀਆਂ ਖਾਈ ਜਾਓ ਜਾਂ ਮੂੰਗਫਲੀ ਚੱਬੀ ਚਲੋ। ਕਈ ਵਾਰੀ ਦੇਖਿਆ ਨਾ, ਆ ਪ੍ਰਬੰਧਕ ਕਿੰਨੇ ਸੋਹਣੇ ਟਾਟ ਵਿਛਾਏ ਹੁੰਦੇ ਅਤੇ ਮੂੰਗਫਲੀ ਖਾ ਖਾ ਕੇ ਛਿੱਲਾਂ ਨਾਲ ਸਾਰਾ ਭਰਿਆ ਹੁੰਦਾ। ਇਹ ਤਾਂ ਹੁਣ ਸਾਡਾ ਆਪਣਾ ਵੀ ਫਰਜ਼ ਆ ਨਾ। ਜਿੱਥੇ ਦੀਵਾਨ ਲੱਗਦਾ ਉੱਥੇ ਮਹਾਰਾਜ ਦੀ ਹਾਜ਼ਰੀ ਹੁੰਦੀ ਹੈ। ਇਹ ਬਹੁਤ ਬੇਅਦਬੀ ਵਾਲੀ ਗੱਲ ਹੈ। ਉੱਥੇ ਦਾ ਸਤਿਕਾਰ, ਉੱਥੇ ਦੀ ਸਫਾਈ ਰੱਖਣੀ, ਇਹ ਸਾਡਾ ਹਰੇਕ ਦਾ ਜਾਤੀ ਫਰਜ਼ ਹੈ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਜ਼ਰੂਰੀ ਹੈ। ਫਿਰ ਪੜ੍ਹੋ ਤਿੰਨ ਕੀ ਸੋਭਾ ਕਿਆ ਗਣੀ। ਉਹ ਜਿਹੜੇ ਗੁਰਮੁਖ ਪਿਆਰੇ ਹਨ, ਉਹਨਾਂ ਦੀ ਸੋਭਾ ਇਤਨੀ ਮਹਾਨ ਆ, ਉਹ ਗਿਣਤੀਆਂ ਗਿਣ ਕੇ ਕੀ ਦੱਸਣਾ ਕਰੀਏ। ਜੇ ਸਾਹਿਬ ਮੇਲੜੀਆ, ਜਿਨ੍ਹਾਂ ਨੂੰ ਸਾਹਿਬ ਪਰਮਾਤਮਾ ਨੇ, ਉਹਨਾਂ ਦੀ ਸੇਵਾ, ਉਹਨਾਂ ਦੀ ਬੰਦਗੀ, ਉਹਨਾਂ ਦਾ ਪਿਆਰ, ਉਹਨਾਂ ਦੀ ਸ਼ਰਧਾ ਦੇਖ ਕੇ ਜਿਨ੍ਹਾਂ ਨੂੰ ਮਹਾਰਾਜ ਨੇ ਆਪਣੇ ਨਾਲ ਮਿਲਾ ਲਿਆ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੂੰ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਹੇ ਗਰੀਬ ਨਵਾਜ, ਆਪ ਜੀ ਦੇ ਦੋ ਸਾਹਿਬਜ਼ਾਦੇ ਆ, ਸ਼੍ਰੀ ਰਾਮ ਰਾਏ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਬੀਬੀ ਭਾਨੀ ਜੀ ਇਹ ਵਰ ਲੈ ਗਏ ਕਿ ਗੁਰਤਾ ਗੱਦੀ ਘਰ ਦੀ ਘਰ 'ਚ ਰਹੇ, ਜਾਣਨਾ ਦੇ ਸੰ ਸੋਢੀਆਂ ਭਾਈ ਗੁਰਦਾਸ ਲੈ ਗਿਆ ਵੀ ਹੁਣ ਆਪ ਦੋਹਾਂ ਸਾਹਿਬਜ਼ਾਦਿਆਂ ਵਿੱਚੋਂ ਕਿਹਦੇ 'ਤੇ ਬਖਸ਼ਿਸ਼ ਕਰੋਗੇ, ਸਾਨੂੰ ਪਤਾ ਲੱਗ ਜਾਵੇ। ਮਹਾਰਾਜ ਹੱਸ ਪਏ, ਕਹਿਣ ਲੱਗੇ ਵੀ ਇਹ ਤਾਂ ਗੁਰੂ ਨਾਨਕ ਦੀ ਜਿਹਦੇ 'ਤੇ ਬਖਸ਼ ਹੋਣੀ ਉਹਦੇ 'ਤੇ ਹੋਣੀ ਹੁੰਦੀ ਹੈ, ਪਰ ਤੁਸੀਂ ਹੁਣ ਬੇਨਤੀ ਕਰ ਦਿੱਤੀ ਹੈ, ਸੰਗਤ ਦੀ ਬੇਨਤੀ ਨੂੰ ਵੀ ਠੁਕਰਾ ਨਹੀਂ ਸਕਦੇ। ਮਹਾਰਾਜ ਇੰਨਾ ਸਤਿਕਾਰ ਕਰਦੇ ਸੀ ਗੁਰੂ ਸੰਗਤ ਦਾ, ਅਤੇ ਸੰਗਤ ਵੀ ਸਾਰੀ ਜੁੜੀ ਉਹ ਹੁੰਦੀ ਸੀ। ਇੱਕ ਤਾਂ ਹੁੰਦਾ ਲੋਕਾਂ ਦਾ ਇਕੱਠ, ਇੱਕ ਹੁੰਦੀ ਹੈ ਨਾਮ ਬਾਣੀ ਵਾਲੀ ਸੰਗਤ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ, ਏਕੋ ਨਾਮ ਹੁਕਮ ਹੈ ਸਤਿਗੁਰ ਦੀਆ ਬੁਝਾਏ ਜੀਓ। ਭਾਈ ਗੁਰਦਾਸ ਨੇ ਕਿਹਾ ਇੱਕ ਸਿੱਖ ਜਿਹੜਾ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨਾ, ਉਹਦਾ ਨਾਮ ਸਿੱਖ ਹੈ। ਦੋ ਸਿੱਖ ਇਕੱਠੇ ਹੋ ਜਾਣ, ਦੋ ਹੀ ਪਰਮੇਸ਼ਰ। ਪੰਜ ਸਿੱਖ ਇਕੱਠੇ ਹੋ ਜਾਣ, ਪੰਜੀ ਪਰਮੇਸ਼ਰ। ਇੰਨੀ ਬਰਕਤ ਆ।
ਇਹੋ ਜਿਹਾ ਸਿੱਖ ਦੀ ਗੱਲ ਆ, ਜਿਵੇਂ ਅੱਜ ਕੱਲ੍ਹ ਆਪਾਂ ਦਬੜੂ ਕਸੂੜੀ ਜਿਹਾ ਬਣੇ ਫਿਰਦੇ ਹਾਂ, ਉਹ ਗੱਲ ਨਹੀਂ। ਇਹ ਗੁਰਸਿੱਖ ਦੀ ਗੱਲ ਕੀਤੀ ਹੈ। ਗੁਰਸਿੱਖੀ ਦਾ ਸਿੱਖਣਾ, ਗੁਰਮੁਖ ਸਾਧ ਸੰਗਤ ਦੀ ਸੇਵਾ, ਇਹ ਲੱਛਣ ਦੱਸੇ। ਉਹ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਦੋਂ ਦੋਨੋਂ ਸਾਹਿਬਜ਼ਾਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਿਤਨੇਮ ਕਰਦੇ ਹੋਣਗੇ ਨਾ, ਹੁਣ ਤਾਂ ਅੱਜ ਕੱਲ੍ਹ ਨਵੇਂ ਉੱਠੇ ਆ, ਕਹਿੰਦੇ ਨਿਤਨੇਮ ਕਰਨ ਦੀ ਲੋੜ ਹੀ ਨਹੀਂ, ਇਹ ਬਾਣੀ ਪਾਣੀਆਂ ਦਾ ਕਹਿੰਦੇ ਕੁਰਲੀਆਂ ਕਰਨੀਆਂ। ਬਾਣੀ 'ਤੇ ਅਮਲ ਕਰਨਾ ਚਾਹੀਦਾ। ਹੁਣ ਸਕੂਲਾਂ 'ਚ ਆਪਾਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਲੱਖਾਂ ਰੁਪਏ ਦੇਸਾਂ ਪ੍ਰਦੇਸਾਂ ਖਰਚਦੇ ਹਾਂ, ਜੇ ਉਹ ਪੜ੍ਹਨਗੇ ਨਹੀਂ ਤਾਂ PhD ਡਿਗਰੀਆਂ ਕਿੱਥੋਂ ਕਰ ਲੈਣਗੇ? ਡਾਕਟਰ ਕਿਵੇਂ ਬਣ ਜਾਣਗੇ? ਫਿਲਾਸਫਰ, ਇੰਜੀਨੀਅਰ, ਸਾਇੰਸਿਸਟ ਕਿਵੇਂ ਬਣਨਗੇ? ਬਣ ਜਾਣਗੇ ਪੜ੍ਹਾਈ ਕਰਕੇ ਹੀ ਬਣੇ। ਉੱਧਰ ਤਾਂ ਪੜ੍ਹਾਈ ਕਰਨ ਨੂੰ ਤਿਆਰ ਆ, ਅਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ, ਇਹਦੇ 'ਤੇ ਅਸੀਂ ਕੇਂਦੂ ਕਰਦੇ ਹਾਂ। ਐਸੇ ਲੋਕ ਉੱਠੇ ਆ, ਉਹ ਇਹਨਾਂ ਗੱਲਾਂ ਨੂੰ ਕਰ ਕਰਕੇ ਨਿਤਨੇਮ ਤੋਂ ਲੋਕਾਂ ਨੂੰ ਹਟਾਈ ਜਾਂਦੇ ਆ, ਨਿਸ਼ਰਦਾ ਕਰੀ ਜਾਂਦੇ ਆ। ਵੀ ਬਾਣੀ ਪੜ੍ਹ ਕੇ ਗੁਰਸਿੱਖ ਬਰਕਤ ਆਉਣੀ ਆ, ਇਹਨਾਂ ਨੂੰ ਸਿੱਖਾਂ ਨੂੰ ਖਤਮ ਕਰਨ ਲਈ ਆਹ ਢੰਗ ਵਧੀਆ। ਭੇਸ ਵੀ ਆਪਣੇ ਧਾਰਿਆ ਆ, ਸਾਡੇ 'ਚ ਘੁਸੜੇ ਹੋਏ ਆ। ਵੀ ਜੇ ਬਾਣੀ ਛੱਡ ਦਿੱਤੀ ਅਤੇ ਫਿਰ ਸਾਰੇ ਔਗਣ ਆਉਣੇ ਸ਼ੁਰੂ ਹੋ ਜਾਣੇ ਆ। ਬਾਣੀ ਪੜ੍ਹਾਂਗੇ ਅਤੇ ਬਾਣੀ ਨੇ ਗਿਆਨੇ ਕੀ ਵੱਢਣੀ ਮਨੋਂ ਹੱਥ ਲਿਆ, ਕਾਤਰ ਤਾਕਤ ਵਾਰ ਬਾਹਰ ਹੈ। ਜਿੱਥੇ ਬਾਣੀ ਆ ਗਈ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਅਤੇ ਬਾਬਾ ਦੀਪ ਸਿੰਘ ਵਰਗੇ ਗੁਰਸਿੱਖ ਅੱਜ ਤਾਂ ਉਹਨਾਂ ਦਾ ਭੁਰਾ ਬਣਿਆ ਦਮਦਮੇ। 101 ਜਪਜੀ ਪੜ੍ਹਦੇ ਮਾਟਿਆ, ਇੱਕ ਛੋਲੇ ਬਣਾ ਕੇ ਰੱਖਣੇ, ਇੱਕ ਜਲ ਰੱਖਣਾ। ਜਿਹੜਾ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਤੋਂ ਸਰੂਪ ਤਿਆਰ ਕਰਾਇਆ ਮਹਾਰਾਜ ਨੇ, 4 ਤਾਰੇ 4 ਤਖਤਾਂ ਦੇ ਸੁਭਾਏਮਾਨ ਕੀਤੇ। ਗੁਰਸਿੱਖ ਕਮਾਈਆਂ ਐਵੇਂ ਨਹੀਂ ਤਲੀਆਂ 'ਤੇ ਸਿਰ ਲੈ ਕੇ ਲੜੇ, ਕਮਾਈ ਦੀ ਬਰਕਤ ਸੀ। ਹੁਣ ਅਸੀਂ ਗੱਲਾਂ ਕਰਨ ਨੂੰ ਸ਼ੇਰ ਬਣ ਗਏ ਹਾਂ। ਜਿਹੜੀ ਚੀਜ਼ ਤੋਂ ਬਰਕਤ ਮਿਲਣੀ ਸੀ ਸੇਵਾ ਸਿਮਰਨ 'ਚੋਂ, ਸਤਸੰਗਤ 'ਚੋਂ, ਉਹ ਛੱਡੀ ਜਾ ਰਹੇ। ਇਸ ਤਰ੍ਹਾਂ ਦਾ ਗਲਤ ਪ੍ਰਚਾਰ ਕਰਦੇ ਆ। ਮਹਾਰਾਜ ਕਹਿੰਦੇ ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਹਰ ਵੇਲੇ ਊਠਤ ਬੈਠਤ ਸੋਭਤ ਨਾਮ, ਕਉ ਨਾਨਕ ਜਨ ਕੈ ਸਦ ਕਾਮ। ਅਤੇ ਮਹਾਰਾਜ ਕਹਿੰਦੇ ਜਿਹੜੇ ਨਿਤਨੇਮ ਕਰਦੇ ਹੋਣਗੇ ਨਾ, ਨਾਲੇ ਗੁਰੂ ਮਹਾਰਾਜ ਦੇ ਆਪਣੇ ਸਾਹਿਬਜ਼ਾਦੇ ਆ, ਇਉਂ ਕਰਨਾ। ਉਹ ਜਿਨ੍ਹਾਂ ਚੌਂਕੀਆਂ 'ਤੇ ਬਹਿ ਕੇ ਨਿਤਨੇਮ ਕਰ ਰਹੇ ਹਨ, ਆਹ ਸੂਈਆਂ ਲੈ ਜਾਣੀਆਂ। ਜਿਹਦੇ ਨਿਤਨੇਮ ਕਰਨਾ ਲੱਕੜ ਮੋਮ ਵਾਂਗ ਬਣ ਜਾਏ, ਸੂਈ ਵਿੱਚ ਲੰਘ ਜਾਏ, ਉਹ ਗੱਦੀ ਦਾ ਮਾਲਕ ਬਣੂਗਾ। ਉੱਧਰ ਨੂੰ ਰਾਮ ਰਾਏ ਜੀ ਪੜ੍ਹ ਰਹੇ ਸੀ, ਉੱਧਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਚੋਜੀ ਪ੍ਰੀਤਮ। ਸੂਈ ਐਂ ਵਿੱਚ ਚਲ ਗਈ। ਕਹਿੰਦੇ ਮਹਾਰਾਜ ਐਂ ਹੋਇਆ, ਕਹਿੰਦੇ ਹੁਣ ਤੁਸੀਂ ਨਿਰਣਾ ਤਾਂ ਆਪੇ ਹੀ ਕਰ ਲਿਆ, ਅਤੇ ਗੱਦੀ 'ਤੇ ਕਿਨ ਬਹਿਣਾ। ਪੱਥਰ ਵੀ ਮੋਮ ਹੋ ਜਾਂਦੇ ਆ। ਧੰਨ ਗੁਰੂ ਨਾਨਕ ਸਾਹਿਬ ਦੇ ਬਲੀ ਕੰਧਾਰੀ ਨੇ ਪੱਥਰ ਲੋੜਿਆ ਸੀ ਨਾ, ਮਹਾਰਾਜ ਨੇ ਐਂ ਹਸਤ ਕਮਲ ਕਰਤਾ, ਉੱਥੇ ਰੁਕ ਗਿਆ ਅਤੇ ਵਿੱਚੇ ਪੰਜਾ ਮੋਮ ਬਣ ਗਿਆ। ਲੱਗ ਗਿਆ ਕਿ ਨਹੀਂ? ਉਵੇਂ ਪੱਥਰ 'ਚ ਪੰਜਾ ਲੱਗਦਾ। ਅੱਜ ਲਗਾਇਆ 24 ਘੰਟੇ ਜਲ ਚੱਲਦਾ, ਉਹਨਾਂ ਨੇ ਫਸਲਾਂ ਸਿੰਜ ਹੋਣ ਡਈਆਂ, ਪੈਸੇ ਸਿੱਟ ਦਿਓ ਥੱਲੇ ਉਵੇਂ ਨਜ਼ਰ ਆਉਂਦੇ ਆ। ਇੰਨਾ ਸਵੱਛ ਜਲ ਆ ਪੰਜਾ ਸਾਹਿਬ ਦਾ। ਪੱਥਰ ਮੋਮ ਬਣਿਆ ਕਿ ਨਹੀਂ? ਪੰਜਾ ਲੱਗਾ ਕਿ ਨਹੀਂ? ਮਹਾਰਾਜ ਨੂੰ ਗੁਰੂ ਕੇ ਲਾਹੌਰ ਵਰਸ਼ਾ ਮਾਰ ਕੇ, ਉਵੇਂ ਵਰਸ਼ਾ ਮਾਰੋ ਪੱਥਰ 'ਤੇ ਟੁੱਟ ਜਾਊਗਾ। ਘੋੜੇ ਨੇ ਪੌੜ ਮਾਰਿਆ ਵੀ ਮੇਰੇ ਮਾਲਕ ਨੇ ਕੀਤਾ ਅਤੇ ਮੈਂ ਵੀ ਕੋਈ ਨਿਸ਼ਾਨੀ ਛੱਡਦਾ। ਉੱਥੇ ਗੁਰਦੁਆਰਾ ਪੌੜ ਸਾਹਿਬ ਬਣਿਆ, ਘੋੜੇ ਦਾ ਪੌੜ ਮਾਰਿਆ,
ਸੰਗਤਾਂ ਚਰਨਾਮਪੀਆਂ ਤਰਵੈਣੀ ਪੈਦਾ ਕਰਤੀ ਗੁਰੂ ਕੇ ਲਾਹੌਰ ਸਾਹਿਬ। ਇਸ ਕਰਕੇ ਮਹਾਰਾਜ ਕਹਿੰਦੇ ਇਹ ਬਾਣੀ ਦਾ ਮਹਾਤਮ ਹੈ, ਇਹ ਬਾਣੀ ਦੀ ਬਰਕਤ ਹੈ, ਇਹ ਬਾਣੀ ਦੀ ਸ਼ਕਤੀ ਹੈ। ਮਹਾਰਾਜ ਕਹਿੰਦੇ ਉਹ ਧੰਨ ਆ ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਾਲ ਮਿਲਾ ਲਿਆ ਹੈ। ਤਿਨ ਕੀ ਸੋਭਾ ਕਿਆ ਬਣੀ। ਉਹਨਾਂ ਦੀ ਸੋਭਾ ਜਿਹੜੇ ਬਾਣੀ ਪੜ੍ਹ ਕੇ ਬਾਣੀ ਦਾ ਸਰੂਪ ਹੋ ਗਏ, ਉਹਨਾਂ ਦੀ ਸੋਭਾ ਦੀ ਕੀ ਗਿਣਤੀ ਮਿਣਤੀ ਕੀਤੀ ਜਾਵੇ। ਜੇ ਸਾਹਿਬ ਮਿਲਣੀਆ। ਜਿਹਨੂੰ ਸਾਹਿਬ ਨਿਰੰਕਾਰ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਕੇ ਆਪਣੇ ਨਾਲ ਅਭੇਦ ਕਰ ਲਿਆ ਹੈ। ਤਨ ਮਨ ਮੌਲਿਆ ਰਾਮ ਸਿਉ। ਰਾਮੇ ਹੋਏ ਰਾਮ ਦੇ ਨਾਲ ਸ਼ਬਦ ਦੀ ਕਮਾਈ ਕਰਕੇ ਜਦੋਂ ਅਭੇਦਤਾ ਕੀਤੀ, ਤਨ ਤੇ ਮਨ ਉਹਨਾਂ ਦਾ ਮੌਲਿਆ ਖਿੜ ਗਿਆ, ਪ੍ਰਫੁੱਲਤ ਹੋ ਗਿਆ ਹੈ। ਸੰਗ ਸਾਧ ਸਹੇਲੜੀਆ। ਸਾਧੂ ਸੰਤ ਜਿਹੜੇ ਸੀ ਉਹਨਾਂ ਦੇ ਨਾਲ ਉਹਨਾਂ ਨੇ ਸਹੇਲਪੁਣਾ ਬਣਾਇਆ, ਮਿੱਤਰਚਾਰਾ ਗੰਢਿਆ। ਨਸ਼ਈਆਂ ਵਿਸ਼ਈਆਂ ਨੂੰ ਤਾਂ ਨਹੀਂ ਕਿਹਾ ਵੀ ਉਹਨਾਂ ਨਾਲ ਮਿੱਤਰਚਾਰਾ ਪਾਓ। ਜਿਹੜੇ ਬੰਦਗੀ ਵਾਲੇ ਸੀ, ਸੰਗ ਸਾਧ ਸਹੇਲੜੀਆ, ਜਿਹਨੇ ਆਪਣਾ ਆਪ ਸਾਧਿਆ ਸੀ ਮਹਾਂਪੁਰਖਾਂ ਨਾਲ, ਗੁਰਮੁਖ ਪਿਆਰਿਆਂ ਨੇ, ਉਹਨਾਂ ਦੇ ਨਾਲ ਉਹਨਾਂ ਨੇ ਸਹੇਲਪੁਣਾ ਮਿੱਤਰਚਾਰਾ ਪਾਇਆ। ਉਹ ਉਹਨਾਂ ਦੇ ਸਹੇਲੇ ਮਿੱਤਰ ਬਣਦੇ ਹਨ, ਉਹਨਾਂ ਦੇ ਬੈਠਕ ਵਿੱਚ ਬਹਿੰਦੇ ਹਨ। ਸਾਧ ਜਨਾਂ ਤੇ ਬਾਹਰੀ। ਜਿਹੜੇ ਮਹਾਂਪੁਰਖਾਂ ਦੀ ਸੰਗਤ ਤੋਂ ਬਾਹਰ ਰਹਿੰਦੇ ਹਨ, ਫਿਰ ਉਹ ਸੰਗਤ 'ਚ ਜਾਣਗੇ। ਜੇ ਸੰਗਤ ਵੱਲ ਨਹੀਂ ਜਾਣਗੇ, ਦੂਆ ਪਾਸਾ ਸੰਗਤ ਹੀ ਆ, ਅਤੇ ਉੱਧਰ ਜਾਣਗੇ। ਹੁਣ ਅੱਜ ਕੱਲ੍ਹ ਆਉਂਦੇ ਮਹਾਰਾਜ ਬੱਚੇ ਕਹਿਣਾ ਨਹੀਂ ਮੰਨਦੇ ਕਿ ਬੱਚਿਆਂ ਨੂੰ ਤੁਸੀਂ ਸੰਗਤ ਤਾਂ ਲਿਆਂਦਾ ਨਹੀਂ, ਨਾ ਜੋੜੇ ਝਾੜਨ ਲਾਇਆ, ਨਾ ਝਾੜੂ ਫੇਰਨ ਲਾਇਆ, ਨਾ ਲੰਗਰ ਦੇ ਭਾਂਡੇ ਮਾਂਜਣ ਲਾਇਆ, ਨਾ ਤੜਕੇ ਉੱਠਣ ਦੀ ਆਦਤ ਪਾਈ, ਅਤੇ ਨਾ ਨਿਤਨੇਮ ਦਾ, ਨਾ ਮਹਾਰਾਜ ਦੇ ਦਰਸ਼ਨ ਦਾ, ਨਾ ਕਥਾ ਕੀਰਤਨ ਬਹਿਣ ਦਾ ਨਿਯਮ ਸਿਖਾ ਲਿਆ। ਅਤੇ ਹੁਣ ਜਿਹੋ ਜਿਹੇ ਜੇ ਬਹਿੰਦੇ ਫਿਰ ਨਹੀਂ ਉਹੀ ਕੰਮ ਕਰਨੇ ਆ। ਇਹ ਕਸੂਰ ਤਾਂ ਭਾਈ ਸਾਡਾ ਆਪਣਾ ਹੀ ਆ। ਜੇ ਅਸੀਂ ਨਾ ਬੱਚਿਆਂ ਨੂੰ ਸੰਗਤ ਨਾਲ ਜੋੜਦੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਫਿਰ ਇਹਨਾਂ ਦੇ ਜੀਵਨ ਪਲਟ ਜਾਣੇ ਸੀ। ਧੰਨ ਧੰਨ ਬਾਬਾ ਜੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਨੇ ਆਪਣੀ ਸੰਗਤ ਕਿੱਡੀ ਉੱਚੀ ਅਵਸਥਾ ਦੇ ਮਾਲਕ ਬਣਾਏ। ਆਪ ਸਾਹਿਬਜ਼ਾਦਿਆਂ ਨੂੰ ਅਸੀਂ ਨਮਸਕਾਰਾਂ ਕਰਦੇ ਹਾਂ। ਸੰਗ ਸਾਧ ਸਹੇਲੜੀਆ, ਸਾਧ ਜਨਾਂ ਤੇ ਬਾਹਰੀ, ਜਿਹੜੇ ਮਹਾਂਪੁਰਖਾਂ ਦੀ ਸੰਗਤ ਤੋਂ ਬਾਹਰ ਰਹਿੰਦੇ ਹਨ। ਸੇ ਰਹਿਨੇ ਇਕੇਲੜੀਆ। ਉਹ ਫਿਰ ਇਕੱਲੇ ਹੀ ਰਹਿ ਜਾਂਦੇ। ਜਦੋਂ ਬੰਦਾ ਬੁਰਾਈ ਕਰਦਾ ਨਾ, ਨਹੀਂ ਕਹਿਣਾ ਮੰਨਦਾ, ਪੁਲਿਸ ਦੇ ਡੰਡੇ ਪੈਂਦੇ ਆ, ਕੋਈ ਨੂੰ ਕੋਈ ਮੁਕੱਦਮੇਬਾਜ਼ੀ, ਲੋਕਾਂ ਤੋਂ ਉਲਾਮੇ ਬਦਨਾਮੀਆਂ, ਫਿਰ ਮਾਂ ਪਿਓ ਨੂੰ ਪੁਲਿਸ ਫੜਨ ਆਉਂਦੀ, ਉਹ ਭਗੌੜਾ ਹੋ ਜਾਂਦਾ। ਉਹ ਕਹਿਣਗੇ ਅਸੀਂ ਤਾਂ ਜੀ ਅਖਬਾਰ 'ਚ ਕਢਾ ਦਿੱਤਾ, ਬਦਖਲ ਕਰ ਦਿੱਤਾ ਇਹਨੇ, ਫਿਰ ਉਹ ਇਕੱਲਾ ਹੀ ਰਹਿ ਜਾਂਦਾ ਨਾ। ਘਰ ਦੇ ਵੀ ਛੱਡ ਜਾਂਦੇ ਆ, ਦੂਜਿਆਂ ਨੂੰ ਤਾਂ ਛੱਡਣਾ ਹੀ ਆ। ਮਾਂ ਪਿਓ ਵੀ ਕਹਿੰਦੇ ਮਹਾਰਾਜ ਸਾਨੂੰ ਤੁਸੀਂ ਕਿਉਂ ਸਕੰਜਾ ਲਾਉਂਦੇ ਆ, ਅਸੀਂ ਤਾਂ ਹੁਣ ਇਹਨੂੰ ਬਦਖਲ ਕਰਤਾ। ਉਹ ਫਿਰ ਇਕੱਲੇ ਹੀ ਰਹਿ ਜਾਂਦੇ ਆ, ਟੁੱਟ ਜਾਂਦੇ ਆ। ਕਿਉਂਕਿ ਖਖੜੀਆਂ ਸੁਹਾਵੀਆਂ, ਲਗੜੀਆਂ ਅੱਕ ਕੰਠ, ਬਿਰਹਿ ਵਿਛੋੜਾ ਧਣੀ ਸੋ ਨਾਨਕ ਸਹਿਸੈ ਕੰਠ। ਜਿਹੜੀ ਅੱਕ ਦੀ ਕੁਕੜੀ ਖਖੜੀ ਪੌਦੇ ਨਾਲ ਜੁੜੀ ਹੈ, ਹਰੀ ਕਚੂਰ ਹੁੰਦੀ ਹੈ, ਜਿਹਦੇ ਨਾਲ ਟੁੱਟ ਜਾਏ ਪੀਲੀ ਹੋ ਕੇ ਫੂਸੜੇ ਫੂਸੜੇ ਬਣ ਕੇ ਉੱਡੀ ਫਿਰਦੀ ਹੈ, ਗੰਦੀਆਂ ਨਾਲੀਆਂ ਡਿੱਗਦੀ ਜਾ ਕੇ। ਇਸੇ ਤਰ੍ਹਾਂ ਜਿਹੜੇ ਨਸ਼ਿਆਂ ਵਿਸ਼ਿਆਂ 'ਚ ਪੈ ਜਾਂਦੇ ਆ, ਸਮਾਜ ਵਿੱਚੋਂ ਵੀ ਧੱਕੇ, ਧਰਮ ਵੱਲੋਂ ਵੀ, ਚਾਰ ਚਫੇਰਿਓਂ ਹੀ, ਰਿਸ਼ਤੇਦਾਰਾਂ ਵੱਲੋਂ ਵੀ ਉੱਤੇ ਯਕੀਨ ਨਹੀਂ ਨਾ ਕਰਦੇ। ਆ ਹੁਣ ਆਉਂਦੇ ਆ ਬਹੁਤ,
ਕਈ ਆ ਧੂੰਆਂ ਜਿਹਾ ਲੈਂਦੇ ਨਾਸਾਂ ਨੂੰ, ਉਹ ਮਾਂ ਪਿਓ ਨੂੰ ਪਤਾ ਹੀ ਨਹੀਂ ਲੱਗਦਾ ਕਈ ਚਿਰ। ਉਹ ਜਿਲੇ ਫਿਆ ਜਾਂਦੇ, ਮਹਾਰਾਜ ਸਾਤੋਂ ਇੰਨੇ ਪੈਸੇ ਆਧਾਰੇ ਲਏ ਹੋਏ ਆ, ਇੰਨਾ ਬਿੱਲ ਆ। ਉਹ ਕਹਿੰਦੇ ਵੀ ਅਸੀਂ ਤਾਂ ਕੋਈ ਚੀਜ਼ ਲਈ ਨਹੀਂ ਤੁਹਾਤੋਂ। ਕਹਿੰਦੇ ਸਾਤੋਂ ਇਹ ਚਿੱਟਾ ਲੈਂਦਾ ਰਿਹਾ, ਚਿੱਟਾ ਲੈਂਦਾ ਰਿਹਾ। ਇਹ ਕਈ ਐਸੇ ਆਉਂਦੇ 4-4 ਹਜ਼ਾਰ ਦਾ ਰੋਜ਼ ਧੂੰਆਂ ਲੈਂਦੇ ਦਿਮਾਗ ਨੂੰ। ਇੱਕ ਤਾਂ ਕਰਮਾਂ ਦੇ ਪਾਗਲ ਆ ਨਾ, ਇੱਕ ਆ ਪੈਸੇ ਖਰਚ ਕੇ ਪਾਗਲ ਹੋ ਰਹੇ। ਵੀ ਦਿਮਾਗ ਦੀ ਲੋੜ ਨਹੀਂ, ਪੁੱਠੇ ਪਾਸੇ ਸੰਸਾਰ ਲੱਗਿਆ ਹੋਇਆ। ਕਾਰਨ ਕੀ? ਸੰਗਤ ਨੂੰ ਟੁੱਟ ਗਏ, ਬਾਣੀ ਨੂੰ ਟੁੱਟ ਗਏ, ਬਾਣੀ ਨੂੰ ਟੁੱਟ ਗਏ, ਗੁਰ ਸ਼ਬਦ ਨੂੰ ਟੁੱਟ ਗਏ। ਅਤੇ ਜਿਨ੍ਹਾਂ ਨੂੰ ਸੰਗਤ ਮਿਲਦੀ ਹੈ, ਇੱਕ ਵਾਰੀ ਸਾਡਾ ਸੰਤਾਂ ਦਾ ਸਮਾਗਮ ਹੋਇਆ ਸੀ ਫਤਿਹਗੜ੍ਹ ਸਾਹਿਬ। ਅਮਰੀਕਾ ਤੋਂ ਵੀ ਸੰਗਤ ਆਈ ਸੀ। ਉਹਨਾਂ ਦੇ ਵਿੱਚ ਇੱਕ ਬੱਚਾ ਸੀ 12 ਸਾਲ ਦਾ, ਅਤੇ ਸਾਰਾ ਗੁਰੂ ਗ੍ਰੰਥ ਸਾਹਿਬ ਜ਼ੁਬਾਨੀ ਕੰਠ ਸੀ। ਸਾਰਾ ਗੁਰੂ ਗ੍ਰੰਥ ਸਾਹਿਬ, ਵੀ ਜਿੱਥੋਂ ਮਰਜੀ ਪੰਗਤੀ ਪੁੱਛ ਲਓ, ਜਿੱਥੋਂ ਮਰਜੀ ਸ਼ਬਦ ਸੁਣ ਲਓ। ਦੇਖੋ ਰੱਬ ਨੇ ਉਹਨੂੰ ਕਿੰਨੀ ਵਿਚਿੱਤਰ ਬੁੱਧ ਦਿੱਤੀ ਹੈ। ਪਰ ਮਾਂ ਪਿਓ ਚੰਗੇ ਸੀ, ਗੁਰਸਿੱਖ ਸੀਗੇ। ਉਹਨੇ ਲਾਇਆ, ਅੱਗੇ ਹੁੰਦਾ ਹੈ ਗੁਰਸਿੱਖ ਗ੍ਰੰਥੀ ਸਿੰਘ ਕੋ ਬੱਚੇ ਨੂੰ ਗੁਰੂ ਦੇ ਚਰਨੀ ਲਾਉਣਾ ਜੀ। ਹੁਣ ਫਿਰ ਧਰਤੀ 'ਤੇ ਰੇਤਾ ਵਿਛਾ ਕੇ ਉਂਗਲ ਫੜ ਕੇ ਦੇਖਣਾ, ਊੜਾ ਐੜਾ ਈੜੀ ਸੱਸਾ ਹਾਹਾ, ਤੇਰਾ ਕਟਿਆ ਜਮਾਂ ਦਾ ਫਾਹਾ। ਗੁਰਮੁਖੀ ਨੂੰ ਲਾਉਣਾ। ਫਿਰ ਗੁਰੂ ਗ੍ਰੰਥ ਸਾਹਿਬ ਦਾ ਮੂਲ ਮੰਤਰ 5 ਵਾਰੀ ਗ੍ਰੰਥੀ ਨੇ ਸੰਥਿਆ ਸ਼ੁਰੂ ਕਰਾ ਦੇਣੀ। ਉੱਧਰ ਕਾਇਦਾ ਪੜ੍ਹਾਉਣਾ, ਫਿਰ ਗੁਰਮੁਖੀ ਨਾਲੇ ਹੌਲੀ ਹੌਲੀ ਪਾਠ ਦੀ ਸੰਥਿਆ ਕਰਾਉਣੀ। ਹੁਣ ਸੰਥਾ ਆਪਣੀ ਸਵੇਰੇ ਵੀ, ਸ਼ਾਮ ਵੀ, ਦੁਪਹਿਰੇ ਵੀ ਮੋਬਾਈਲਾਂ 'ਤੇ ਹੁੰਦੀ ਹੈ। ਫਿਲਮਾਂ ਦੇਖੀ ਜਾਂਦੇ ਹਾਂ, ਜੇਬਾਂ 'ਚ ਸਾਰਾ ਸਿਲਮਾਂ ਪਾਈ ਫਿਰਦੇ ਹਾਂ। ਇੱਕ ਤਾਂ ਸਿਲਮਾਂ ਨਾ ਜਾਣਾ ਪਊ, ਹੁਣ ਤਾਂ ਜੇਬ 'ਚ ਸਾਰਾ ਸਿਲਮਾਂ ਪਾਈ ਫਿਰਦੇ ਆ। ਬੈਠੇ ਆ ਰਿਸ਼ਤੇ ਰਾਜ ਲਿਆ ਤੋਂ ਉੱਠ ਕੇ ਖੜੇ ਹੋਣ ਜਾਂ ਸਤਿਕਾਰ ਦੇਣ, ਜਾਂ ਕੋਈ ਨਮਸਕਾਰ, ਜਾਂ ਕੋਈ ਫਤਿਹ ਪਤੂਹੀ, ਉਹ ਫੋਨ ਫੜ ਕੇ ਲੱਗੇ ਰਹਿੰਦੇ ਆ। ਕਿਉਂ? ਇੱਧਰ ਸਿੱਖਿਆ ਨਹੀਂ ਦਿੱਤੀ। ਫਿਰ ਕਹਿੰਦੇ ਕਹਿਣਾ ਨਹੀਂ ਮੰਨਦੇ, ਅਤੇ ਕਹਿਣਾ ਮੰਨਣ ਵਾਲੀ ਪੜ੍ਹਾਈ ਤਾਂ ਕਰਾਈ ਨਹੀਂ। ਗੁਰੂ ਨਾਨਕ ਸਾਹਿਬ ਦੇ ਘਰ ਦੀ ਪੜ੍ਹਾਈ ਹੈਗੀ ਹੈ, ਸਤ ਵਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼। ਇੱਥੇ ਪੜ੍ਹਾਈ ਹੁਕਮ ਮੰਨਣ ਦੀ ਹੈ, ਸਤ ਵਚਨ ਦੀ ਹੈ, ਉਹ ਅਸੀਂ ਛੱਡ ਦਿੱਤੀ ਹੈ। ਅਤੇ ਜਿਹੜੇ ਕਰਦੇ ਆ, ਅੱਜ ਵੀ ਉਹਨਾਂ ਗੁਰਸਿੱਖਾਂ ਦੇ ਘਰ ਵਿੱਚ ਕਲਯੁੱਗ ਦੇ ਵਿੱਚ ਸਤਯੁੱਗ ਵਰਤ ਰਿਹਾ ਹੈਗਾ। ਕਲਯੁੱਗ ਆ, ਪਰ ਉਹਨਾਂ ਗੁਰਸਿੱਖਾਂ ਦੇ ਘਰਾਂ ਵਿੱਚ ਸਤਿਯੁਗ ਆ। ਜਿੱਥੇ ਆਪ ਨਿਤਨੇਮ ਕਰਦੇ ਆ, ਬੱਚੇ ਨੂੰ ਕੋਲ ਬਹਾਲਦੇ, ਉਹਨਾਂ ਨੂੰ ਚੂੰਡ ਪਾਉਂਦੇ। ਅੱਗੇ ਪੁਰਾਣੇ ਜ਼ਮਾਨੇ ਬੱਚੇ ਨੂੰ ਚਾਟੜਾ ਕਹਿੰਦੇ ਹੁੰਦੇ ਸੀ। ਉਹ ਸੰਤਾਂ ਕੋਲ ਜਾਣਾ, ਮਿਸਰੀ ਦੇ ਦਿੱਤੀ, ਪਤਾਸੇ ਦੇ ਦਿੱਤੇ, ਮਖਾਣੇ ਦੇ ਦਿੱਤੇ, ਕੜਾਹ ਪ੍ਰਸ਼ਾਦ ਦੇ ਦਿੱਤਾ, ਚਾਟ 'ਤੇ ਗਜਾ ਲੈਣਾ। ਸੰਗਤ 'ਚ ਆਉਣਾ, ਲੈ ਵੀ ਤੂੰ ਜੋੜੇ ਝਾੜ, ਰੰਬਾ ਫੜ ਕੇ ਫੁੱਲ ਬੂਟਾ ਲਾ, ਆ ਮਾਲਾ ਫੜ ਲਾ, ਮੂਲ ਮੰਤਰ ਪੜ੍ਹ, ਸਤਿਨਾਮ ਵਾਹਿਗੁਰੂ ਕਰੀ ਜਾ। ਹੌਲੀ ਹੌਲੀ ਗਜਾ ਲੈਂਦੇ ਹੁੰਦੇ ਸੀ, ਗੁੜਤੀ ਦੇ ਦਿੰਦੇ ਸੀ। ਹੁਣ ਸਾਡੀ ਗੁੜਤੀ ਪੁੱਠੀ ਹੈ। ਹੁਣ ਠੰਡ ਹੋ ਗਈ ਹੈ, ਬਰਾਂਡੀ ਪਿਲਾਤੀ, ਤਾਂ ਥੋੜ੍ਹੀ ਠੰਡ ਹੈ ਪੀ ਲਾ। ਜਾਂ ਹੁਣ ਗੁੜਤੀ ਹੈ ਦੇ ਦਿੱਤੀ, ਅਤੇ ਫਿਰ ਕੀ ਕਰੂਗਾ? ਫਿਰ ਲੱਛਣ ਉਹੀ ਕਰਨੇ ਆ। ਸ਼ਰਮ ਨੇ ਸ਼ਰਾਰਤ ਸ਼ਰਾਬ ਦਾ ਅਰਥ ਹੈ ਸ਼ਰਮ ਨੇ ਸ਼ਰਾਰਤ, ਆਪ ਮੈਨੇ ਪਾਣੀ, ਸ਼ਰਾਰਤ ਦਾ ਪਾਣੀ। ਜਦੋਂ ਸ਼ਰਾਰਤ ਦਾ ਪਾਣੀ ਅੰਦਰ ਚਲ ਗਿਆ ਤਾਂ ਹੁਣ ਨੇਕੀ ਤਾਂ ਉੱਡ ਜਾਊਗੀ, ਕਫੂਰ ਵਾਂਗੂ ਉੱਡ ਜਾਏਗੀ ਕਿ ਨਹੀਂ? ਇਹ ਹਾਲ ਆ। ਹੁਣ ਸਾਡਾ ਤਾਂ ਰੋਜ਼ ਬਾਹ ਪੈਂਦਾ ਨਾ, ਆਉਂਦੇ ਆ ਬੁੜੀਆਂ ਵੀ ਰੋਂਦੀਆਂ, ਮਾਂ ਪਿਓ ਵੀ ਰੋਂਦੇ ਆ। ਕੀ ਕਰੀਏ ਜੀ, ਬੱਚਾ 4000 ਦਾ ਰੋਜ਼ ਚਿੱਟਾ ਖਾਈ ਜਾਂਦਾ, ਧੂੰਆਂ ਲਈ ਜਾਂਦਾ।
ਆਹ ਹਾਲ ਹੈ। ਜਿੱਥੇ 4-4 ਹਜ਼ਾਰ 2-2 ਹਜ਼ਾਰ ਦਾ ਉੱਡਦਾ ਉਹ ਘਰ ਬਸਣਗੇ। ਅਤੇ ਗੁਰੂ ਨਾਨਕ ਸਾਹਿਬ ਰਹਿਤ ਨੇ ਲਿਖਿਆ, ਮੇਰੇ ਸਿੱਖ ਨੂੰ ਰੋਟੀ ਦਾ ਅਮਲ ਚਾਹੀਦਾ। ਮਨ ਬਾਣੀ ਸਰੀਰ ਕੈ ਸ਼ੁੱਧਤਾ ਪਵਿੱਤਰਤਾ ਧਾਰਨੀ। ਹਾਂਜੀ, ਇਹ ਬਾਣੀ ਪਵਿੱਤਰ ਹੈ, ਇਹਦੇ 'ਚ ਪਵਿੱਤਰ ਸਿਕਸ਼ਾ ਮਿਲਦੀ ਹੈ। ਇਹ ਸੰਗਤ 'ਚ ਆਵਾਂਗੇ, ਹੁਕਮ ਮੰਨਾਂਗੇ, ਫਿਰ ਬਰਕਤਾਂ ਮਿਲਦੀਆਂ ਹਨ। ਸਾਧ ਜਨਾਂ ਤੇ ਬਾਹਰੀ, ਜਿਹੜੇ ਮਹਾਂਪੁਰਖਾਂ ਦੀ ਸੰਗਤ ਤੋਂ ਬਾਹਰ ਅਵਾਰਾ ਹੋ ਕੇ ਰਹਿੰਦੇ ਹਨ, ਸੇ ਰਾਹਾਂ ਨੇ ਇੱਕ ਲੜੀਆ, ਉਹਨਾਂ ਵਿੱਚ ਇੰਨੀ ਬੁਰਾਈ ਆ ਜਾਂਦੀ, ਸਾਰਾ ਸਮਾਜ ਨਫ਼ਰਤ ਕਰਦਾ, ਸੰਗਤ ਨੂੰ ਟੁੱਟ ਜਾਂਦੇ, ਫਿਰ ਇਕੱਲੇ ਹੀ ਰਹਿ ਜਾਂਦੇ ਹਨ। ਕਿਉਂਕਿ ਖਾਣ ਪੀਣ ਵਾਲੇ ਉਨਾ ਚਿਰ ਹੀ ਆ ਜਿੰਨਾ ਚਿਰ ਪੈਸੇ ਕੋਲ ਆ। ਜਿੱਦਣ ਮੁੱਕ ਗਏ ਉਦੋਂ ਉਹ ਵੀ ਨਹੀਂ ਬੁਲਾਉਂਦੇ ਨਹੀਂ। ਹਾਂਜੀ, ਉਹ ਨਹੀਂ ਬੁਲਾਉਂਦੇ। ਇਹੋ ਜਿਹੇ ਜਿਹੜੇ ਹੁੰਦੇ ਆ ਪਹਿਲਾਂ ਤਾਂ ਕੋਲੋਂ ਚਾਟ ਲਾ ਲੈਂਦੇ ਆ, ਜਿਹੜੇ ਫਿਰ ਗਾਹਕ ਬਣ ਜਾਂਦਾ ਨਾ ਫਿਰ ਨਹੀਂ ਛੱਡਦੇ। ਫਿਰ ਚੋਰ ਮੋਰੀਆਂ ਰਾਹੀਂ ਜਾਂਦੇ ਅਤੇ ਚੋਰ ਮਾਰੀਆਂ ਰਹਿ ਕੇ ਖਾਣ ਪੀਣ ਨੂੰ ਦਿੰਦੇ। ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਹੈ। ਤੈਨ ਦੁਖ ਨਾ ਕਬਹੂ ਉਤਰੈ, ਜਿਹੜੇ ਬਿਨਾਂ ਭੈੜੀਆਂ ਬਾਦੀਆਂ ਦਾ ਸ਼ਿਕਾਰ ਹੋ ਗਏ ਨਾ, ਫਿਰ ਨਸ਼ਿਆਂ ਨਾਲ ਗਲ ਗਏ ਫਿਫਰੇ, ਪੇਟ ਦੀਆਂ ਨਾੜਾਂ ਗਲ ਗਈਆਂ, ਗੁਰਦੇ। 4-4 ਸਾਲ ਦੇ ਬੱਚਿਆਂ ਨੂੰ 600 ਪੁਆਇੰਟ ਤੱਕ ਸ਼ੂਗਰ ਹੋ ਚੁੱਕੀ ਹੈ। ਇਸ ਦੇਸ਼ ਵਿੱਚ ਇੰਨੀ ਡਿਵੈਲਪਮੈਂਟ ਹੋ ਰਹੀ ਹੈ, ਅਤੇ ਦੱਸੋ ਉਹਦਾ ਜੀਵਨ ਕੀ ਰਹੂਗਾ। ਫਿਰ ਦੁੱਖ ਮਾਂ ਪਿਓ ਨੂੰ ਵੀ, ਬੱਚਿਆਂ ਨੂੰ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਜਦੋਂ ਪੁੱਠੀ ਲੈਣ 'ਤੇ ਤੁਰ ਪੈਂਦੇ ਆ। ਪਾਤਸ਼ਾਹ ਕਹਿੰਦੇ ਤੈਨੂੰ ਦੁੱਖ ਨਾ ਕਾਬੂ ਹੋ ਉਤਰੈ। ਫਿਰ ਜਿੰਨੇ ਮਰਜ਼ੀ ਡਾਕਟਰਾਂ ਕੋਲ ਘੁੰਮੀ ਜਾਓ, ਪੈਸੇ ਪੁੱਟੀ ਜਾਓ, ਕਦੇ ਦੁੱਖ ਨਹੀਂ ਉਤਰਦੇ ਹਨ। ਸੇ ਜਮ ਕੈ ਵਸ ਪੜੀਆ, ਇੱਥੇ ਬੁਰਾਈ ਦਾ ਸ਼ਿਕਾਰ ਹੋ ਕੇ ਦੁਖੀ ਹੋ ਗਏ। ਮਰਨ ਤੋਂ ਬਾਅਦ ਚੰਗਾ ਕੰਮ ਕੋਈ ਕੀਤਾ ਨਹੀਂ, ਜਮਦੂਤਾਂ ਦੇ ਵੱਸ ਪੈ ਜਾਂਦੇ ਹਨ। ਜਮਾਂ ਦਾ ਮਕਤਹਿਰਾ ਪੈਂਦਾ, ਉਹਨਾਂ ਦੀ ਕੁੱਟ ਪੈਂਦੀ, ਉਹ ਚਮੜੀ ਅਧੇੜਦੇ ਹਨ। ਜਿਨੀ ਰਾਵਿਆ ਪ੍ਰਭ ਆਪਣਾ, ਹੁਣ ਦੂਏ ਪਾਸੇ ਪਹਿਲਾਂ ਦਾ ਮਨਮੁਖਾਂ ਦਾ ਸੀਨ ਦੱਸਿਆ ਨਾ ਸਾਰਾ, ਹੁਣ ਗੁਰਮੁਖਾਂ ਦਾ ਦੱਸਦੇ। ਜਿਹਨੇ ਆਪਣੇ ਪ੍ਰਭੂ ਦੇ ਨਾਮ ਦੀ ਗੁਰੂ ਵਾਲੇ ਬਣ ਕੇ ਆਰਾਧਨਾ ਕੀਤੀ ਹੈ, ਸੇ ਦਿਸਾਂ ਨੇ ਨਿਤ ਖੜੀਆ, ਉਹ ਨਿਤ ਹਮੇਸ਼ਾ ਵਾਸਤੇ ਸੰਗਤ ਵਿੱਚ ਸਤਿਕਾਰ ਨਾਲ ਖਲੋਤੇ ਹੋਏ ਨਜ਼ਰ ਆਉਂਦੇ ਆ। ਫੁੱਲਾਂ ਦੀਆਂ ਮਾਲਾਂ ਪੈਂਦੀਆਂ, ਸਰੋਪੇ ਮਿਲਦੇ ਆ। ਜੀ ਆਇਆਂ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। 4 ਚੁਫੇਰੇ ਉਹਨਾਂ ਮਹਾਂਪੁਰਖਾਂ ਦੀ ਜੈ ਜੈਕਾਰ ਹੁੰਦੀ ਹੈ। ਰਤਨ ਜ਼ਵੇ ਹਰ ਲਾਲ ਹਾਰ, ਰਤਨ, ਬੈਰਾਗ ਅਤੇ ਵਿਵੇਕ ਆਦਿਕ ਜਿਹੜੇ ਸ਼ੁਭ ਗੁਣਾ ਰੂਪੀ ਹਨ, ਕੰਠ ਤਿਨਾ ਜੜੀਆ, ਇਹ ਬਾਣੀ ਪੜ੍ਹ ਕੇ ਪਵਿੱਤਰ ਗੁਣਾ ਰੂਪੀ ਰਤਨ ਜਿਹੜੇ ਉਹਨੇ ਆਪਣੇ ਕੰਠ ਨਾਲ ਜੜ ਲਏ। ਹਰ ਵੇਲੇ ਕੰਠ ਵਿੱਚੋਂ ਰਸਨਾ ਦੁਆਰਾ ਨਾਮ ਬਾਣੀ ਦੀ ਖੁਸ਼ਬੂ ਆਉਂਦੀ ਹੈ। ਨਾਮ ਬਾਣੀ ਦਾ ਅਭਿਆਸ ਕਰਦੇ ਹਨ। ਨਾਨਕ ਬਾਂਛੈ ਧੂੜ ਤੈਨ, ਪਾਤਸ਼ਾਹ ਕਹਿੰਦੇ ਜੇ ਇਹੋ ਜਿਹਾ ਗੁਰਸਿੱਖ ਮਿਲ ਜਾਣਾ ਨਾ, ਉਹਨਾਂ ਦੇ ਚਰਨਾਂ ਦੀ ਅਸੀਂ ਧੂੜੀ ਲੋਚਦੇ ਹਾਂ। ਧੂੜੀ ਲੋਚਦੇ ਹਾਂ, ਧੂੜੀ ਵਿੱਚ ਲੜੰਦੜੀ ਸੁਹਾ ਨਾਨਕ ਤੈਸ ਹੈ। ਨਾਲੇ ਉਹ ਜਿਹੜੇ ਮਹਾਂਪੁਰਖ ਗੁਰਸਿੱਖ ਹਨ, ਉਹਨਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਹਾਂ। ਪ੍ਰਭ ਸਰਣੀ ਦਾਰ ਪੜੀਆ, ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਪ੍ਰਭੂ ਦੇ ਦਰ ਵਿੱਚ ਪੈ ਗਏ, ਝੁਕ ਗਏ ਕਿ ਪਾਤਸ਼ਾਹ ਤੇਰੇ ਹੀ ਆ। ਬਾਬਾ ਭਾਗ ਸਿੰਘ ਕੁਰੀ ਵਾਲੇ ਪਰਨ ਕਰ ਲਿਆ ਕਿ 1.25 ਲੱਖ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨਾ। ਰਾਵਲਪਿੰਡੀ ਇਲਾਕੇ 'ਚ ਹੋਇਆ। ਬਾਬਾ ਸਾਹਿਬ ਬੇਦੀ ਦੇ ਸ਼ਿਸ਼ ਸੀਗੇ, ਬਾਅਦ 'ਚ ਬਣੇ। ਸ਼ਕਤੀਆਂ ਲੱਗ ਪਈਆਂ ਹੋਣ, ਕਹਿੰਦੇ ਵਿਘਨ ਨਾ ਪੈ ਜਾਏ।
ਬਿਨਾਂ ਉਸਤਾਦ ਤੋਂ ਸਫਲਤਾ ਮਿਲਣੀ ਔਖੀ ਹੈ। ਊਨਾ ਸਾਹਿਬ 'ਚ ਲਗਾ, ਕਹਿੰਦੇ ਆ ਜਾ ਭਾਗ ਸਿਆਂ ਤੇਰੇ ਜਪ ਜੀ 1.25 ਲੱਖ ਪੂਰੇ ਕਰਾਵਾਂਗੇ। ਫਿਰ ਪਰਖ ਵੀ ਕਰਦੇ ਹੁੰਦੇ, ਕਹਿਣਾ ਫਲਾਨੇ ਜੱਟ ਦੇ ਨਾ ਖੇਤ ਸਾਡੀਆਂ ਘੋੜੀਆਂ ਘੋੜੇ ਚਾਰ ਲਿਆ ਕਰ। ਉਹ ਵਾਲਾ ਮਹਾਰਾਜ ਤੁਹਾਡਾ ਨਵਾਂ ਚੇਲਾ ਆ, ਮੇਰੀ ਫਸਲ ਜਾੜੀ ਜਾਂਦਾ। ਫੜ ਕੇ ਕੁੱਟਿਆ, ਉਹਦਾ ਹਰਜਾਨਾ ਭਰਤਾ। ਦੂਏ ਦਿਨ ਫੇਰ ਇਹ ਨਹੀਂ ਕਿਹਾ ਮਹਾਰਾਜ ਵੀ ਤੁਸੀਂ ਆਪੇ ਹੀ ਭੇਜ ਦੇਣਾ ਕੁੱਟਦੇ ਆ। ਤੀਏ ਦਿਨ ਫੇਰ ਕਹਿੰਦੇ ਤੂੰ ਤਾਂ ਰੋਜ਼ ਵਾਲਾ, ਮੈਂ ਉਹਦਾ ਹਰਜਾਨਾ ਭਰੀ ਜਾਣਾ। ਇਹ ਹੋਂਗ ਆਉਂਦੇ ਸੀ। ਸਾਡਾ ਆ ਹੋਣਾ ਮੂਆ ਮੇਰੀ ਮੂਈ ਬਲਾਏ, ਉਹਨਾਂ ਚਿਰ ਗੱਲ ਨਹੀਂ ਨਾ ਬਣਦੀ। ਫਿਰ ਕੁੱਟ ਕੇ ਕੱਢਦਾ, ਤੂੰ ਤਾਂ ਰੋਜ਼ ਲਾਮੇ ਦਿੰਦਾ। ਉੱਥੇ ਬੈਠੇ ਮੀਂਹ ਹਨੇਰੀ ਝੱਖੜ ਗੜੇ ਪੈਣ, ਕਹਿੰਦੇ ਮਹਾਰਾਜ ਸੇਵਕ ਆਇਆ ਸੀ, ਕਹਿੰਦੇ ਜਿਹੜਾ ਬਈ ਦੀ ਸਿਫਾਰਿਸ਼ ਉਹਨਾਂ ਵੀ ਮੈਂ ਹੋਊ। ਫਿਰ ਬਹੁਤ ਬੇਨਤੀ, ਕਹਿੰਦੇ ਖੋਲੋ ਬੂਆ। ਕਹਿੰਦੇ ਗਿਆ ਨਹੀਂ ਹੋਏ। ਕਹਿੰਦੇ ਜਾਵਾਂ ਕਿੱਥੇ, ਬਿਆਦਰ ਨਹੀਂ ਕੈਦਰ ਜਾਓ। ਕਹਿੰਦੇ ਆ ਜਾ। ਫਿਰ ਕਰਤੀ ਬਖਸ਼ਿਸ਼। ਕਹਿੰਦੇ ਜਾ ਹੁਣ ਜਾ ਕੇ ਰਾਵਲਪਿੰਡੀ ਦੇ ਇਲਾਕੇ 'ਚ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰ। ਜਿਹੜੇ ਟਬਾਣੇ ਸੀ ਉਹਨਾਂ ਦੀ ਸੋਟੀ 'ਤੇ ਇਉਂ ਡਰਦੇ ਫਿਰਦੇ ਹੁੰਦੇ ਸੀ, ਇੰਨੀ ਕਮਾਈ ਸੀ। ਇਹ ਕਾਬੂ ਨਾ ਸੌਂਦੇ। ਮਹਾਰਾਜ ਰਣਜੀਤ ਸਿੰਘ ਦਾ ਰਾਜ ਰੋਜ਼ ਕੋਈ ਨਾ ਕੋਈ ਗੜਬੜ ਰੱਖਦੇ ਸੀ। ਅਤੇ ਬਾਬਾ ਜੀ ਮਹਾਰਾਜ ਦੇ ਇੰਨੇ ਉਹ ਸ਼ਰਧਾਵਾਨ। ਸੋ ਇਸ ਤਰ੍ਹਾਂ ਕਮਾਈ ਕਰਨੀ ਪੈਂਦੀ ਹੈ, ਫਿਰ ਬਰਕਤ ਮਿਲਦੀ ਹੈ। ਅੱਜ ਬਾਣੀ ਨਾ ਪੜ੍ਹੋ ਜੀ, ਮਹਾਰਾਜ ਤੇ ਕਹਿੰਦੇ ਆਬ ਹੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵ ਹੋ ਸੱਚੀ ਬਾਣੀ। ਇਹ ਸਾਰਾ ਪ੍ਰਤਾਪ ਬਾਣੀ ਦਾ। ਅੱਜ ਸਾਡਾ ਤਪ ਤੇਜ ਕਿਉਂ ਖਤਮ ਹੋ ਗਿਆ? ਅਸੀਂ ਨਿਤਨੇਮ ਛੱਡਤੇ, ਬਾਣੀ ਰਹਿਤ ਮਰਜ਼ਾਦਾ ਛੱਡਤੀ, ਅੰਮ੍ਰਿਤ ਛਕੜਾਂ ਦਾ ਦੂਰ ਰਹਿ ਗਿਆ, ਚਿਹਰੇ ਮੋਹਰੇ ਵਿਗਾੜ ਲਏ ਸਾਰੇ। ਇਹ ਗੁਰਪੁਰਬ ਮਨਾਉਣ ਦਾ ਪ੍ਰਯੋਜਨ ਇਹ ਹੈ, ਸਾਰੀਆਂ ਤਰੁੱਟੀਆਂ ਨੂੰ ਦੂਰ ਕਰਕੇ ਗੁਰੂ ਵਾਲੇ ਬਣ ਕੇ ਵੱਧ ਤੋਂ ਵੱਧ ਅੰਮ੍ਰਿਤਧਾਰੀ ਬਣੋ, ਖਾਲਸਾ ਪੰਥ ਵਿੱਚ ਸ਼ਾਮਲ ਹੋਵੋ। ਫਿਰ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨਗੇ। ਹਾਂਜੀ। ਰਤਨ ਜ਼ਵੇਹਰ ਲਾਲ ਹਾਰ, ਹਰੀ ਦਾ ਨਾਮ, ਇਹਦੇ ਦੁਆਰਾ ਬੈਰਾਗ ਵਿਵੇਕ ਕਰਨਾ, ਮੁਦਤਾ ਮੈਤਰੀ ਰੂਪੀ ਮਣੀਆਂ ਔਰ ਹੀਰੇ ਜਵਾਹਰ ਸ਼ੁਭ ਗੁਣਾ ਰੂਪੀ, ਇਹ ਉਹਨਾਂ ਨੇ ਹਰ ਹਰ ਹਾਰ ਕੰਠ ਹੈ ਬਣਿਆ। ਪਰਮੇਸ਼ਰ ਦੇ ਨਾਮ ਦਾ ਹਾਰ ਬਣਾ ਕੇ ਗਲ ਵਿੱਚ ਧਾਰਨ ਕਰ ਲਿਆ। ਹਰ ਵੇਲੇ ਨਾਮ ਬਾਣੀ ਦਾ ਅਭਿਆਸ ਕਰਦੇ ਹਨ। ਕੰਠ ਤਿਨਾ ਜੜੀਆ, ਕੰਠ 'ਚ ਜੜ ਲਿਆ। ਬਾਣੀ ਵੀ ਕੰਠ ਕਰਦੇ ਆ। ਸੰਤ ਗਿਆਨੀ ਗੁਰਬਚਨ ਸਿੰਘ ਤਾਇਆ ਜੀ ਸੀ, ਬਾਬਾ ਕਾਹਨ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੰਠ ਕਰਨ ਲੱਗ ਪਏ। ਜਿਲੇ ਕਾਨੜੇ ਰਾਗ 'ਤੇ ਆਏ, ਕਹਿੰਦੇ ਤੂੰ ਤਾਂ ਅੰਤ ਲੈਣ ਲੱਗ ਪਿਆ। ਗੱਜ ਕੇ ਬੋਲੋ। ਅਤੇ ਹੁਣ ਮੂਲ ਮੰਤਰ ਦਾ ਹੀ ਨਹੀਂ ਪਤਾ ਕਿਹੜਾ ਗੁਰਮੰਤਰ ਕਿਹੜਾ। ਹੋਰ ਤਾਂ ਕੂੜਾ ਕਬਾੜਾ ਬਹੁਤ ਇਕੱਠਾ ਕੀਤਾ, ਬਾਣੀ ਕੰਠ ਕਰਨੀ ਛੱਡਤੀ ਹੈ। ਬਾਣੀ ਕੰਠ ਪੈਸਾ ਗੰਠ। ਪੈਸਾ ਗੰਢ 'ਚ ਹੋਊ ਤਾਂ ਕੰਮ ਦਊ ਨਾ ਔਖੇ ਵੇਲੇ। ਜੇ ਜੇਬ ਖਾਲੀ ਹੈ ਤਾਂ ਬਾਜ਼ਾਰ 'ਚੋਂ ਕੀ ਲੱਜਣਾ? ਫਿਰ ਤਾਂ ਭੁੱਬਲ ਫਾ ਕੇ ਆਊਗਾ ਨਾ। ਅਤੇ ਜੇ ਪੈਸਾ ਹੋਊਗਾ ਗੰਢ ਵਿੱਚ, ਫਿਰ ਜਿਹੜਾ ਸੌਦਾ ਖਰੀਦਣ ਉਹ ਖਰੀਦ ਲਊਗਾ। ਅਤੇ ਬਾਣੀ ਕੰਠ ਹੋਵੇਗੀ, ਜਿੱਥੇ ਮਰਜ਼ੀ ਪੜ੍ਹ ਸਕਦੇ ਹਾਂ, ਨਿਤਨੇਮ ਕਰ ਸਕਦੇ ਹਾਂ। ਪੜ੍ਹਨੀ ਗੁਟਕੇ 'ਤੇ ਵੀ ਠੀਕ ਆ, ਪਰ ਕੰਠ ਬਾਣੀ ਦੀ ਇੰਨੀ ਮੌਜ ਆ, ਕਿਸੇ ਵੇਲੇ ਨਾਮ ਗੁਟਕਾ ਸਾਹਿਬ ਹੋਵੇ, ਜਿੱਥੇ ਮਰਜ਼ੀ ਪੜ੍ਹ ਸਕਦੇ ਹਾਂ। ਅਤੇ ਨਿਤਨੇਮ ਕਰਨਾ ਛੱਡ ਦਿੱਤਾ। ਪਿੱਛੇ ਆ ਪ੍ਰਧਾਨ ਜੀ ਨੇ ਨਿਤਨੇਮ ਕੰਠ ਕਰਨ ਲਈ ਕਿਹਾ ਸੀ, ਕਈਆਂ ਨੂੰ ਤਾਂ ਬੜਾ ਤਾਪ ਹੀ ਚੜ੍ਹ ਗਿਆ ਸੀ ਵੀ ਕਿਵੇਂ। ਅੱਗੇ ਤਾਂ ਪੜਦਾ ਆਪਣਾ ਬਣਿਆ ਸੀ। ਵੀ ਉਧਰ ਸਿੰਘ ਸਾਹਿਬ ਵੀ ਬੜੇ ਬਾਬਾ, ਹਾਂਜੀ ਸਿੰਘ ਸਾਹਿਬ ਗਿਆਨੀ ਜਗਤਾਰ ਸੁਣੀ ਵੀ ਫਿਰ ਥੋੜ੍ਹਾ ਜਿਹਾ, ਹਾਂਜੀ ਦੇਖਦੇ ਹੁੰਦੇ ਕਿਵੇਂ ਆ, ਬੜਾ ਭੈ ਸੀ। ਬਾਣੀ ਕੰਠ ਇਹ ਨਹੀਂ ਕਿ ਗ੍ਰੰਥੀ ਸਿੰਘ, ਹਰ ਇੱਕ ਗੁਰਸਿੱਖ ਮਾਈ ਭਾਈ ਦਾ ਫਰਜ਼ ਹੈ ਬਾਣੀ ਕੰਠ ਕਰਨੀ, ਸਵੇਰ ਸ਼ਾਮ ਦਾ ਨਿਤਨੇਮ ਪੂਰਾ ਕਰਨਾ। ਇਹ ਬਾਣੀ ਰੂਪੀ ਹਾਰ ਕੰਠ ਉਹਨਾਂ ਨੇ ਧਾਰਿਆ ਹੋਇਆ, ਜੜਿਆ ਹੋਇਆ ਹੈ। ਨਾਨਕ ਬਾਂਛੈ ਧੂੜ ਤੈਨਾ, ਜਿਹੜੇ ਇਹੋ ਜਿਹੇ ਗੁਰਸਿੱਖ, ਉਹਨਾਂ ਦੇ ਚਰਨਾਂ ਦੀ ਧੂੜੀ ਮਾਰੇ, ਕਹਿੰਦੇ ਅਸੀਂ ਵੀ ਲੋਚਦੇ ਹਾਂ। ਰੱਬ ਸਰਣੀ ਦਾਰ ਪੜੀਆ, ਜਿਹੜੇ ਗੁਰਮੁਖ ਪਿਆਰੇ ਆਪਾ ਆਪਾ ਹਉਮੈ ਤਿਆਗ ਕੇ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਪੈ ਗਏ, ਝੁਕ ਗਏ, ਭਾਵ ਗੁਰਸਿੱਖੀ ਸਿਧਾਂਤ ਨੂੰ ਜਿਨ੍ਹਾਂ ਨੇ ਗ੍ਰਹਿਣ ਕਰ ਲਿਆ ਹੈ।
ਇਹ ਸਤਸੰਗਿਓ। ਹਾਂਜੀ, ਨਾਨਕ ਬਾਂਛੈ ਧੂੜ ਤਿਨ ਪ੍ਰਭ ਸਰਣੀ ਦਾਰ ਪੜੀਆ। ਇਹ ਸਾਧ ਸੰਗਤ ਜੀ ਅੱਜ ਦੇ ਮਹੀਨੇ ਦੀ ਵਿਚਾਰਧਾਰਾ ਹੈ। ਬਹੁਤੇ ਦਾ ਪ੍ਰੇਮੀ ਆਉਂਦੇ ਆ, ਗਿਆਨੀ ਜੀ ਅੱਜ ਮਹੀਨਾ ਕਿਹੜਾ ਚੜ੍ਹਿਆ, ਉਹਨਾਂ ਦਾ ਸਿਰਫ ਇੰਨੇ ਹੁੰਦਾ ਵੀ ਕਹਿਤਾ ਜੇ ਮਗਰ ਚੜ੍ਹੇ ਉਦੋਂ ਹੀ ਦੌੜ ਜਾਣਗੇ। ਅਸਲੀ ਤਾਂ ਇਹ ਆ ਵੀ ਮਹਾਰਾਜ ਦੇ ਚਰਨਾਂ 'ਚ ਬਹਿ ਕੇ ਮਹੀਨੇ ਦਾ ਵੀ ਸੁਣਨਾ, ਪਾਠ ਵੀ, ਅਰਥ ਸੁਣਨੇ, ਫਿਰ ਮਹਾਰਾਜ ਨੇ ਕੀ ਹੁਕਮ ਕੀਤਾ ਉਹਦੇ ਮੁਤਾਬਕ ਆਪਣਾ ਜੀਵਨ ਬਣਾਉਣਾ। ਅਸਲੀ ਲਾਭ ਬਰਕਤ ਫਿਰ ਪਿਆਰਿਓ ਪ੍ਰਾਪਤ ਹੁੰਦੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਨ। ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਧੰਨਵਾਦ। ਖਾਲਸਾ ਪੰਥ ਚੜ੍ਹਦੀ ਕਲਾ, ਏਕਤਾ ਇਤਫਾਕ ਬਖਸ਼ਿਸ਼ ਕਰਨ। ਔਰ ਗੁਰਪੁਰਬ ਬਾਰੇ ਆਰੰਭਤਾ ਵਿੱਚ ਬੇਨਤੀ ਕਰ ਦਿੱਤੀ ਹੈ, ਇਸ਼ਾਰੇ ਦੇ ਦਿੱਤੇ ਹੈ। ਇਸ ਕਰਕੇ ਸਾਰੀਆਂ ਸੰਗਤਾਂ ਨੇ ਪ੍ਰਬੰਧਕਾਂ ਨਾਲ ਸੰਪਰਕ ਬਣਾ ਕੇ ਜਿਹੜੀ ਸੇਵਾ ਆਪ ਜੀ ਨਿਭਾ ਸਕਦੇ ਹੈ ਉਹ ਪੂਰਾ ਸਹਿਯੋਗ ਦੇ ਕੇ ਚੜ੍ਹਦੀ ਕਲਾ 'ਚ ਮਹਾਰਾਜ ਦਾ ਗੁਰਪੁਰਬ ਮਨਾ ਕੇ ਬੇਬੇ ਨਾਨਕੀ ਜੀ, ਮਾਤਾ ਸੁਲੱਖਣੀ ਜੀ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਗਲ ਪ੍ਰਭ ਆਰਾਧਨਾ ਬਹੁੜੇ ਨਾ ਜਨਮੜੀਆ। ਤੋੜਾ ਕਿੱਥੇ ਝਾੜਿਆ? ਮੰਗਰ ਪ੍ਰਭ ਆਰਾਧਨਾ। ਇਸ ਮਹੀਨੇ ਦੁਆਰਾ ਸਿੱਖਿਆ ਲੈ ਕੇ ਜੋ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦੇ ਹਨ। ਮੰਗਲ ਪ੍ਰਭ ਆਰਾਧਨਾ ਬਹੁੜੇ ਨਾ ਜਨਮੜੀਆ। ਬੋੜ ਪੁਨਾ ਉਹਨਾਂ ਦਾ ਫਿਰ ਜਨਮ ਨਹੀਂ, ਆਵਾਗਮਨ 84 ਲੱਖ ਜੂਨਾਂ ਦੇ ਚੱਕਰ 'ਚੋਂ ਨਿਕਲ ਜਾਂਦੇ ਆ। ਫਿਰ ਬਾਬਾ ਆਵਣ ਜਾਣ ਰਹਿਓ, ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਮਹਾਰਾਜ ਸਾਰੀਆਂ ਬਰਕਤਾਂ ਬਖਸ਼ਿਸ਼ ਕਰ ਦਿੰਦੇ ਆ। ਹੁਣ ਗਿਆਨੀ ਜੀ ਤੋਂ ਆਨੰਦ ਸਾਹਿਬ ਜੀ ਦਾ ਪਾਠ ਸਰਵਣ ਕਰੋ। ਫਿਰ ਮਹਾਰਾਜ ਚਰਨਾਂ 'ਚ ਅਰਦਾਸ ਬੇਨਤੀ ਔਰ ਸ਼੍ਰੀ ਮੁਖਵਾਕ ਪ੍ਰਸ਼ਾਦ ਲੈ ਕੇ ਆਪ ਜੀ ਨੇ ਜਾਣ ਦੀ ਕਿਰਪਾਲਤਾ ਕਰਨੀ। ਗੁਰੂ ਕੇ ਲੰਗਰ ਸਦਾ ਵਰਤੇ ਹੀ ਹੈ 24 ਘੰਟੇ ਹੀ। ਬਾਕੀ ਜਿਹੜੇ ਸੇਵਾ ਵਾਲੀ ਸੰਗਤ ਹੈ ਉਹ ਪ੍ਰਬੰਧਕਾਂ ਨਾਲ ਸੰਪਰਕ ਬਣਾ ਕੇ ਆਪੋ ਆਪਣੀ ਸੇਵਾ ਜੋ ਕਰ ਸਕਦੇ ਲੈ ਸਕਦੇ ਹਨ। ਸੋ ਬਾਕੀ ਜਿਹੜੇ ਅੰਮ੍ਰਿਤ ਅਭਿਲਾਸ਼ੀ ਹੈ ਉਹ ਵੀ ਗਿਆਨੀ ਜੀ ਨਾਲ ਸੰਪਰਕ ਬਣਾ ਲੈਣ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਲਾਹਾ ਲਓ। 19 ਤਰੀਕ ਨੂੰ ਅੰਮ੍ਰਿਤ ਸੰਚਾਰ ਪੰਜਾਂ ਪਿਆਰਿਆਂ ਦੁਆਰਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਇਹ ਬਖਸ਼ਿਸ਼ ਆਪ ਜੀ ਨੂੰ ਪ੍ਰਾਪਤ ਹੋਵੇਗੀ। ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਗੁਰਪੁਰਬ ਚੜ੍ਹਦੀ ਕਲਾ 'ਚ ਮਨਾ ਕੇ ਮਹਾਰਾਜ ਦੀਆਂ ਖੁਸ਼ੀਆਂ ਲਈਏ। ਚਿੱਤ ਤਾਂ ਬੜਾ ਹੁੰਦਾ ਨਨਕਾਣਾ ਸਾਹਿਬ, ਪਰ ਉਹ ਹੁਣ ਇਸ ਤਰ੍ਹਾਂ ਦਾ ਹੀ ਬਣ ਗਿਆ, ਬੀਜਿਆਂ ਬੂਜਿਆਂ ਦਾ ਹੀ। ਹੁਣ ਇੱਥੇ ਆਪਾਂ ਲਾਹਾ ਲਈਏ। ਜਿਹੜੀ ਸੰਗਤ ਉੱਥੇ ਗਈ ਵੱਡਿਆਂ ਭਾਗਾਂ ਵਾਲੇ, ਮਹਾਰਾਜ ਨੇ ਕਿਰਪਾ ਕੀਤੀ ਹੈ ਅਤੇ ਸਥਾਨ ਇਹ ਵੀ ਉਹਨਾਂ ਦਾ ਹੀ ਹੈ। ਜੇ ਸ਼ਰਧਾ ਨਾਲ ਸੇਵਾ ਕਰਾਂਗੇ ਮਹਾਰਾਜ ਅਤੇ ਵਿਆਪਕ ਸਰੂਪ ਹੀ ਹੈ, ਇੱਥੇ ਵੀ ਬਖਸ਼ਿਸ਼ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।